ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 4 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਸਭ ਤੋਂ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1239 ਤੇ ਅੰਕਿਤ ਹੈ। ਸ਼ਲੋਕ ਮਹਿਲਾ ਦੂਜਾ। ਤਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ, ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪ੍ਰਵਾਨ। ਜਾਣ ਦਾ ਮਤਲਬ ਅੰਤਰਜਾਮੀ, ਜਾਣਨ ਵਾਲਾ। ਜੇ ਦਾ ਮਤਲਬ ਜੋ, ਤਿਸਿਓਂ ਦਾ ਮਤਲਬ ਉਸ ਪ੍ਰਭੂ ਦੇ ਨਾਲ। ਕੈਸਾ ਬੋਲਣਾ ਦਾ ਮਤਲਬ ਕੀ ਬੋਲਣਾ ਹੋ ਸਕਦਾ ਹੈ, ਅਸੀਂ ਕੀ ਬੋਲ ਸਕਦੇ ਹਾਂ। ਤਾਂ ਜੋ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਜਾਣਦਾ ਹੈ, ਉਸ ਅੱਗੇ ਅਸੀਂ ਕੀ ਬੋਲ ਸਕਦੇ ਹਾਂ। ਉਸ ਅੱਗੇ ਬੋਲਿਆ ਨਹੀਂ ਜਾਂਦਾ, ਮਤਲਬ ਕਿ ਉਹਦੇ ਅੱਗੇ ਸਾਡਾ ਕੋਈ ਚਾਰਾ ਨਹੀਂ ਚੱਲਦਾ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ। ਜਿਵੇਂ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਤੇ ਅਸੀਂ ਇੱਕ ਦੂਜੇ ਨੂੰ ਜਵਾਬ ਦੇ ਸਕਦੇ ਹਾਂ ਕਿ ਇਹ ਕੰਮ ਐਵੇਂ ਨਹੀਂ ਐਵੇਂ ਹੋ ਸਕਦਾ ਹੈ, ਕਿ ਤੁਸੀਂ ਇੱਥੇ ਗਲਤ ਹੋ, ਜਾਂ ਮੈਂ ਤੁਹਾਡਾ ਇਹ ਆਖੇ ਨਹੀਂ ਲੱਗਣਾ, ਜਾਂ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਜਾਂ ਮੰਨਦਾ ਨਹੀਂ। ਮਤਲਬ ਅਸੀਂ ਇੱਕ ਦੂਜੇ ਅੱਗੇ ਬੋਲ ਸਕਦੇ ਹਾਂ, ਇੱਕ ਦੂਜੇ ਨੂੰ ਰਾਏ ਦੇ ਸਕਦੇ ਹਾਂ। ਪਰ ਪ੍ਰਭੂ ਦੇ ਅੱਗੇ ਅਸੀਂ ਕੀ ਬੋਲ ਸਕਦੇ ਹਾਂ? ਕੁਝ ਵੀ ਨਹੀਂ। ਯਾਨੀ ਉਹਦੇ ਹੁਕਮ ਤੋਂ ਬਾਹਰ ਅਸੀਂ ਕੁਝ ਨਹੀਂ ਕਰ ਸਕਦੇ। ਬੋਲਣ ਦਾ ਮਤਲਬ ਕਿ ਉਹਦੇ ਅੱਗੇ ਚਾਰਾ ਨਹੀਂ, ਰਜਾ ਤੋਂ ਬਾਹਰ, ਭਾਣੇ ਤੋਂ ਬਾਹਰ, ਸਿਸਟਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਅੰਤਰਜਾਮੀ ਹੈ, ਅੰਦਰ ਦੇ ਜਾਣਨ ਵਾਲਾ ਹੈ, ਤੇ ਉਹਦੇ ਅੱਗੇ ਜੇ ਅਸੀਂ ਬੋਲ ਕੇ, ਮਿਸਾਲ ਵਜੋਂ ਮੇਰੀ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਹੈ ਤੇ ਉਹ ਦੁੱਖ ਹੈ ਮੇਰੇ ਕਿਸੇ ਆਪਣੇ ਕੀਤੇ ਕਰਮ ਕਰਕੇ ਜਾਂ ਗਲਤੀ ਕਰਕੇ, ਤਾਂ ਤੁਹਾਡੇ ਤੋਂ ਮੈਂ ਉਹ ਗਲਤੀ ਛੁਪਾ ਸਕਦਾ ਹਾਂ। ਮੈਂ ਸਫਾਈਆਂ ਦੇ ਦਾਂਗਾ, ਚਲਾਕੀ ਕਰਕੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਸਕਦਾ ਹਾਂ। ਪਰ ਰੱਬ ਅੱਗੇ ਮੈਂ ਐਵੇਂ ਕਿਵੇਂ ਕਰ ਸਕਦਾ? ਸਿਸਟਮ ਜੋ ਰੱਬ ਦਾ ਹੁਕਮ ਹੈ ਉਹਦੇ ਵਿੱਚ ਮੈਂ ਐਵੇਂ ਕਿਵੇਂ ਕਰ ਸਕਦਾ? ਉਹਦੇ ਅੱਗੇ ਮੇਰੀ ਚਲਾਕੀ ਨਹੀਂ ਚੱਲ ਸਕਦੀ। ਤੁਹਾਡੇ ਅੱਗੇ ਮੈਂ ਝੂਠ ਵੀ ਬੋਲ ਸਕਦਾ ਹਾਂ, ਲੇਕਿਨ ਮੈਂ ਆਪਣੇ ਆਪ ਅੱਗੇ ਝੂਠ ਕਿਵੇਂ ਬੋਲਾਂ? ਮੇਰਾ ਆਪਣਾ ਆਪਾ ਤਾਂ ਜਾਣਦਾ ਨਾ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਹਨ, ਤਿਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ। ਜੋ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਜਾਣਦਾ ਹੈ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ। ਉਹਦੇ ਅੱਗੇ ਬੋਲਣਾ ਫੱਬਦਾ ਨਹੀਂ, ਭਾਵ ਕਿ ਉਹਦੇ ਹੁਕਮ ਤੋਂ ਉਲਟ ਕੁਝ ਵੀ ਕੀਤਾ ਨਹੀਂ ਜਾ ਸਕਦਾ। ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪ੍ਰਵਾਨ। ਇੱਥੇ ਚੀਰੀ ਦਾ ਮਤਲਬ ਹੈ, ਚੀਰੀ ਦਾ ਮਤਲਬ ਚਿੱਠੀ, ਪਰਵਾਨਾ ਯਾਨੀ ਹੁਕਮ, ਲਿਖਤ, ਹੁਕਮ। ਇੱਥੇ ਚੀਰੀ ਦਾ ਮਤਲਬ ਹੁਕਮ। ਨਾ ਫਿਰੇ ਦਾ ਮਤਲਬ ਮੋੜੀ ਨਹੀਂ ਜਾ ਸਕਦੀ, ਉਹਦਾ ਹੁਕਮ ਮੋੜਿਆ ਨਹੀਂ ਜਾ ਸਕਦਾ। ਸਾਹਿਬ ਸੋ ਪ੍ਰਵਾਨ, ਪ੍ਰਵਾਨ ਦਾ ਮਤਲਬ ਮੰਨਿਆ ਪ੍ਰਮੰਨਿਆ, ਪ੍ਰਮਾਣੀ, ਵੱਡਾ। ਤਾਂ ਉਹ ਮੰਨਿਆ ਪ੍ਰਮੰਨਿਆ ਮਾਲਕ ਹੈ, ਉਹਦਾ ਹੁਕਮ ਮੋੜਿਆ ਨਹੀਂ ਜਾ ਸਕਦਾ, ਉਹਦੇ ਹੁਕਮ ਤੋਂ ਉਲਟ ਕੁਝ ਨਹੀਂ ਕੀਤਾ ਜਾ ਸਕਦਾ। ਜਿਵੇਂ ਹੁਣ ਸਵੇਰੇ ਸੂਰਜ ਉਗਣ ਦਾ ਟਾਈਮ ਹੈ, ਤਾਂ ਅਸੀਂ ਉਹਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਸੂਰਜ ਛਿਪਣ ਦਾ ਟਾਈਮ ਹੈ, ਤਾਂ ਅਸੀਂ ਉਹਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਕਿਹੜੇ ਹੁਕਮ ਨੂੰ ਅਸੀਂ ਮੋੜ ਸਕਦੇ ਹਾਂ? ਕਿਹੜਾ ਐਸਾ ਸਿਸਟਮ ਹੈ ਜਿਹਦੇ ਖਿਲਾਫ ਅਸੀਂ ਕੁਝ ਕਰ ਸਕਦੇ ਹਾਂ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਮਾਣਿਕ, ਵੱਡਾ, ਮੰਨਿਆ ਪ੍ਰਮੰਨਿਆ ਪ੍ਰਭੂ ਮਾਲਕ ਹੈ ਸਾਰੇ ਕਾਇਨਾਤ ਦਾ, ਉਹਦੇ ਹੁਕਮ ਤੋਂ ਉਲਟ ਕੁਝ ਨਹੀਂ ਕੀਤਾ ਜਾ ਸਕਦਾ। ਹੁਕਮ ਨੂੰ ਫੇਰਿਆ ਬਦਲਿਆ ਨਹੀਂ ਜਾ ਸਕਦਾ। ਚੀਰੀ ਜਿਸ ਕੀ ਚਲਣਾ ਮੀਰ ਮਲਕ ਸਾਲਾਰ। ਮੀਰ ਦਾ ਮਤਲਬ ਪਾਤਸ਼ਾਹ, ਸਲਾਰ ਦਾ ਮਤਲਬ ਫੌਜਾਂ ਦੇ ਸਰਦਾਰ, ਸਿਪਾ ਸਲਾਰ। ਪਾਤਸ਼ਾਹ, ਮਾਲਕ, ਫੌਜਾਂ ਦੇ ਸਰਦਾਰ, ਸਾਰਿਆਂ ਨੂੰ ਰੱਬੀ ਹੁਕਮ ਦੇ ਵਿੱਚ ਤੁਰਨਾ ਪੈਂਦਾ ਹੈ। ਇਹ ਨਹੀਂ ਕਿ ਮੇਰੇ ਵਰਗਾ ਗਰੀਬ ਬੰਦਾ, ਉਹਨੂੰ ਤੇ ਕੁਦਰਤੀ ਨੇਮਾਂ ਵਿੱਚ ਰਹਿਣਾ ਪੈਣਾ ਹੈ, ਤੇ ਜਿਹੜਾ ਕੋਈ ਰਾਜਾ ਬਾਦਸ਼ਾਹ ਹੈ ਉਹਦੇ ਵਾਸਤੇ ਨੇਮ ਬਦਲ ਜਾਣ, ਕਿ ਮੇਰੇ ਵਰਗੇ ਗਰੀਬ ਬੰਦੇ ਵਾਸਤੇ ਤੇ ਦਿਨ 24 ਘੰਟੇ ਦਾ ਹੈ, ਲੇਕਿਨ ਕੋਈ ਅਮੀਰ ਬਾਦਸ਼ਾਹ ਵਾਸਤੇ ਦਿਨ 26 ਘੰਟੇ ਦਾ ਹੋ ਜਾਏ, ਐਵੇਂ ਨਹੀਂ ਹੁੰਦਾ।
ਯਾਨੀ ਪਾਤਸ਼ਾਹ ਵੀ, ਮਾਲਕ ਵੀ, ਫੌਜਾਂ ਵੀ, ਫੌਜਾਂ ਦੇ ਸਰਦਾਰ ਵੀ, ਸਾਰਿਆਂ ਨੂੰ ਰੱਬੀ ਹੁਕਮ ਦੇ ਵਿੱਚ ਹੀ ਤੁਰਨਾ ਪੈਂਦਾ ਹੈ। ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਉਹ ਕੰਮ ਹੀ ਭਲਾ ਹੈ ਜੋ ਪ੍ਰਭੂ ਨੂੰ ਪਾ ਜਾਏ, ਜੋ ਰੱਬੀ ਹੁਕਮ ਦੇ ਅੰਦਰ ਕੀਤਾ ਜਾਏ, ਉਹ ਕੰਮ ਹੀ ਭਲਾ ਹੈ, ਉਹ ਕੰਮ ਹੀ ਸਫਲ ਹੁੰਦਾ ਹੈ। ਇਸ ਲਈ ਸਾਡੇ ਵਾਸਤੇ ਸਭ ਤੋਂ ਭਲੀ ਚੀਜ਼ ਕਿਹੜੀ ਹੈ? ਸਾਡੇ ਲਾਭ ਵਿੱਚ, ਸਾਡੇ ਫਾਇਦੇ ਵਿੱਚ, ਸਾਡੇ ਭਲੇ ਵਿੱਚ ਕੀ ਹੈ? ਕਿ ਅਸੀਂ ਰੱਬੀ ਹੁਕਮ ਦੇ ਅੰਦਰ ਚੱਲੀਏ, ਹੁਕਮ ਨੂੰ ਸਮਝੀਏ, ਕੁਦਰਤ ਦੇ ਲਾ ਆਫ ਨੇਚਰ ਨੂੰ ਅਸੀਂ ਸਮਝੀਏ, ਉਹਦੇ ਮੁਤਾਬਕ ਕੰਮ ਕਰੀਏ। ਇਹਦੇ ਵਿੱਚ ਹੀ ਸਾਡਾ ਭਲਾ ਹੈ। ਤੇ ਹਕੀਕਤ ਇਹੀ ਹੈ ਕਿ ਜਦੋਂ ਬੰਦਾ ਹੁਕਮ ਰਜ਼ਾ ਦੇ ਵਿੱਚ ਤੁਰਦਾ ਹੈ, ਉਦੋਂ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਜੀਂਦਾ ਹੈ। ਪਰ ਜਦੋਂ ਰਜ਼ਾ ਭਾਣੇ ਤੋਂ ਉਲਟ ਚੱਲਦਾ ਹੈ, ਉਦੋਂ ਇਹਦੀ ਜ਼ਿੰਦਗੀ ਵਿੱਚ ਦੁੱਖ ਵਾਪਰਦੇ ਨੇ। ਜਿੰਨੀ ਵੀ ਆ ਤਰੱਕੀ ਹੋਈ ਹੈ, ਮਨੁੱਖ ਨੇ ਕੀਤੀ ਹੈ, ਅੱਗ ਤੋਂ ਔਰ ਪਹੀਏ ਦੀ ਖੋਜ ਤੋਂ ਤੁਰਦਿਆਂ ਤੁਰਦਿਆਂ ਮਨੁੱਖ ਨੇ ਅੱਜ ਕਿਹੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ, ਤਾਂ ਇਹ ਸਾਰਾ ਕੁਝ ਰੱਬੀ ਹੁਕਮ ਨੂੰ ਸਮਝ ਕੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਉਹਨਾਂ ਨਿਯਮਾਂ ਮੁਤਾਬਕ ਚੱਲ ਕੇ ਹੀ ਹੋਈ ਹੈ। ਜੇ ਅਸੀਂ ਆਮ ਪਰਿਵਾਰਕ ਜਾਂ ਆਪਣੀ ਨਿੱਜੀ ਗੱਲ ਕਰੀਏ, ਛੋਟੇ ਲੈਵਲ ਤੇ ਸੁੱਖਾਂ ਦੀ, ਸ਼ਾਂਤੀ ਦੀ, ਤਾਂ ਵੀ ਜੇ ਅਸੀਂ ਘਰ ਪਰਿਵਾਰ ਦੇ ਅੰਦਰ ਕੁਝ ਨਿਯਮਾਂ ਨੂੰ ਫੋਲੋ ਕਰਦੇ ਹਾਂ, ਤਾਂ ਹੀ ਸਾਡੇ ਘਰ ਪਰਿਵਾਰ ਵਿੱਚ ਵੀ ਸ਼ਾਂਤੀ ਰਹਿ ਸਕਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਵਾਸਤੇ ਸਾਡੇ ਲਈ ਇਹੋ ਹੀ ਭਲਾ ਹੈ ਕਿ ਅਸੀਂ ਰੱਬੀ ਰਜ਼ਾ ਭਾਣੇ ਦੇ ਅੰਦਰ ਜ਼ਿੰਦਗੀ ਗੁਜ਼ਾਰੀਏ। ਜਿੰਨਾ ਚੀਰੀ ਚੱਲਣਾ ਹੱਥ ਤਿਨਾ ਕਿਛ ਨਾ ਹੈ। ਜਿਨ੍ਹਾਂ ਦਾ ਮਤਲਬ ਜਿਨ੍ਹਾਂ ਜੀਵਾਂ ਨੇ ਚੀਰੀ ਚੱਲਣਾ ਦਾ ਮਤਲਬ ਹੁਕਮ ਦੇ ਵਿੱਚ ਤੁਰ ਪੈਣਾ ਹੈ। ਜਿਨ੍ਹਾਂ ਨੇ ਚੀਰੀ ਵਿੱਚ ਚੱਲਣਾ ਹੈ, ਹੁਕਮ ਦੇ ਅੰਦਰ ਚੱਲਣਾ ਹੈ, ਇਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ। ਯਾਨੀ ਰੱਬ ਦੇ ਹੁਕਮ ਵਿੱਚ ਜਿਹੜੇ ਜੀਵ ਨੇ, ਜਿੰਨਾ ਵੀ ਖੰਡ ਮੰਡਲ ਬ੍ਰਹਿਮੰਡ ਹੈ, ਇਹ ਸਾਰੇ ਦਾ ਸਾਰਾ ਲਾ ਆਫ ਨੇਚਰ ਦੇ ਅੰਦਰ ਕੰਮ ਕਰ ਰਿਹਾ ਹੈ, ਕੁਦਰਤੀ ਨਿਯਮਾਂ ਦੇ ਅੰਦਰ ਕੰਮ ਕਰ ਰਿਹਾ ਹੈ। ਰੱਬੀ ਹੁਕਮ ਵਿੱਚ ਸਾਰੇ ਜੀਵ ਜ਼ਿੰਦਗੀ ਜੀ ਰਹੇ ਨੇ। ਤਾਂ ਜਿਹੜੇ ਹੁਕਮ ਵਿੱਚ ਜੀਣ ਵਾਲੇ ਨੇ, ਉਹਨਾਂ ਦੇ ਹੱਥ ਵਿੱਚ ਕੀ ਹੈ? ਉਹਨਾਂ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ। ਉਹ ਤੇ ਰੱਬੀ ਹੁਕਮ ਵਿੱਚ ਹੀ ਚੱਲ ਸਕਦੇ ਨੇ ਨਾ। ਹੁਣ ਇੱਕ ਮਾਲਕ ਹੈ, ਮੰਨ ਲਓ ਫੈਕਟਰੀ ਦਾ, ਤੇ ਉਸ ਫੈਕਟਰੀ ਦਾ ਮਾਲਕ ਜੇਕਰ ਟਾਈਮ ਬਣਾਉਂਦਾ ਹੈ ਕਿ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ, 9 ਵਜੇ ਖੁੱਲਣੀ ਹੈ ਫੈਕਟਰੀ, ਕਾਰਖਾਨਾ, ਤਾਂ ਮਜ਼ਦੂਰਾਂ ਦੇ ਵੱਸ ਵਿੱਚ ਤੇ ਕੁਝ ਨਹੀਂ। ਉਹ ਤੇ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਆਉਣਾ ਪੈਣਾ ਹੈ। ਜਿਹੜਾ ਟਾਈਮ ਟੇਬਲ ਦਿੱਤਾ ਹੈ ਉਹਦੇ ਮੁਤਾਬਕ ਹੀ ਚੱਲਣਾ ਪੈਣਾ ਨਾ। ਉਸ ਫੈਕਟਰੀ ਦਾ ਜਿਹੜਾ ਕੋਈ ਚਪੜਾਸੀ ਜਾਂ ਕੋਈ ਚੌਕੀਦਾਰ ਹੈ, ਉਹ ਆਪਣੀ ਮਰਜ਼ੀ ਨਹੀਂ ਨਾ ਕਰ ਸਕਦਾ ਕਿ 9 ਦੀ ਬਜਾਏ ਕਵੇ ਮਜ਼ਦੂਰਾਂ ਨੂੰ ਕੱਲ ਨੂੰ 11 ਵਜੇ ਆ ਜਾਇਓ। ਉਹ ਕੁਛ ਨਹੀਂ, ਉਹਨੂੰ ਉਸ ਹੁਕਮ ਦੇ ਵਿੱਚ ਚੱਲਣਾ ਪੈਣਾ ਹੈ। ਉਹਦੇ ਹੱਥ ਵਿੱਚ ਕੁਛ ਨਹੀਂ ਹੈ ਹੁਕਮ ਦੇ ਵਿੱਚ। ਇਸੇ ਤਰ੍ਹਾਂ ਜਿਹੜੇ ਜੀਵ ਜੰਤ ਨੇ, ਸਾਰਿਆਂ ਨੇ ਰੱਬੀ ਹੁਕਮ ਦੇ ਵਿੱਚ ਵਿਚਰਨਾ ਹੈ। ਤਾਂ ਰੱਬੀ ਹੁਕਮ ਤੋਂ ਬਾਹਰ ਚੱਲਣ ਦੀ ਇਹਨਾਂ ਦੇ ਅੰਦਰ ਕੋਈ ਤਾਕਤ ਪਾਇਆ ਨਹੀਂ ਹੈ। ਇਹ ਚੀਜ਼ ਨੂੰ ਆਪਾਂ ਏਦਾਂ ਸਮਝ ਸਕਦੇ ਹਾਂ, ਜਿਵੇਂ ਪਹਿਲਾਂ ਵੀ ਮੈਂ ਕਈ ਵਾਰ ਮਿਸਾਲ ਦਿੱਤੀ ਹੈ ਕਿ ਜੇ ਅਸੀਂ ਮੱਛੀਆਂ ਦੀ ਤਰ੍ਹਾਂ ਪਾਣੀ ਵਿੱਚ ਰਹਿਣਾ ਚਾਹੀਏ ਤਾਂ ਸਾਡੇ ਹੱਥ ਵਿੱਚ ਨਹੀਂ ਹੈ, ਅਸੀਂ ਨਹੀਂ ਰਹਿ ਪਾਵਾਂਗੇ। ਤੇ ਜੇ ਮੱਛੀਆਂ ਆਦਿਕ ਸਾਡੀ ਤਰ੍ਹਾਂ ਜ਼ਿੰਦਗੀ ਜੀਣਾ ਚਾਹਣ ਬਾਹਰ, ਤਾਂ ਉਹ ਨਹੀਂ ਜੀ ਪਾਣਗੀਆਂ। ਸਾਡੇ ਹੱਥ ਵਿੱਚ ਕੁਛ ਨਹੀਂ ਨਾ ਹੁਕਮ ਤੋਂ ਬਾਹਰ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਜੀਵ ਜਨਤਾ ਨੇ ਹੁਕਮ ਦੇ ਅੰਦਰ ਤੁਰਨਾ ਹੈ, ਹੁਕਮ ਤੋਂ ਬਾਹਰ ਤੁਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਹੈ। ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ। ਕਰ ਲੈ ਦਾ ਮਤਲਬ ਹੁੰਦਾ ਹੈ ਰਾਹ। ਇਹਨੂੰ ਕਰ ਔਰ ਲੈ ਨੂੰ ਵੱਖਰਾ ਨਹੀਂ ਪੜਨਾ। ਕਰ ਲੈ, ਕਰ ਲੈ ਦਾ ਮਤਲਬ ਇਕੱਠਾ, ਰਾਸਤਾ, ਰਾਹ, ਰਾਸਤੇ ਤੇ। ਪਾਹੇ ਦਾ ਮਤਲਬ ਪੈ ਜਾਂਦੇ ਨੇ। ਜਿਸ ਵੇਲੇ ਮਾਲਕ ਦਾ ਹੁਕਮ ਹੁੰਦਾ ਹੈ ਤਾਂ ਇਹ ਜੀਵ ਰਾਹ ਪੈ ਜਾਂਦੇ ਨੇ। ਭਾਵ ਜੋ ਉਹ ਚਾਹੁੰਦਾ ਹੈ ਕਰਦੇ ਨੇ, ਕੋਈ ਉਜਰ ਨਹੀਂ ਕਰ ਸਕਦੇ। ਹੁਣ ਅਸੀਂ ਉਸੇ ਰਾਹ ਪੈਣਾ ਹੈ। ਜਿਵੇਂ ਮੈਂ 2 ਮਿੰਟ ਪਹਿਲਾਂ ਆਪ ਨਾਲ ਸਾਂਝ ਪਾਈ ਹੈ ਕਿ ਜੇ ਸਵੇਰੇ ਸੂਰਜ 6 ਵਜੇ ਚੜ੍ਹਨਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਉਹਦੇ ਮੁਤਾਬਕ ਹੀ ਰਹਿਣਾ ਪੈਣਾ ਹੈ। ਸ਼ਾਮ ਨੂੰ ਜੇ 6 ਵਜੇ ਸੂਰਜ ਨੇ ਛਿਪਣਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਇਸੇ ਤਰ੍ਹਾਂ ਜਦੋਂ ਸਿਸਟਮ ਦੇ ਅੰਦਰ ਮੌਤ ਆਉਂਦੀ ਹੈ ਤਾਂ ਬੰਦਾ ਕੁਛ ਨਹੀਂ, ਉਹਨੂੰ ਮਰਨਾ ਹੀ ਪੈਣਾ ਹੈ, ਤੁਰਨਾ ਹੀ ਪੈਣਾ ਹੈ, ਰੱਬ ਦੇ ਹੁਕਮ ਦੇ ਵਿੱਚ ਰਹਿਣਾ ਹੀ ਪੈਣਾ ਹੈ। ਤਾਂ ਜਿਵੇਂ ਮਾਲਕ ਦਾ ਹੁੰਦਾ ਹੈ ਜੀਵ ਇਹ ਹੁਕਮ, ਤਿਵੇਂ ਹੀ ਇਹ ਜੀਵ ਉਸ ਰਸਤੇ ਤੇ ਪੈ ਜਾਂਦੇ ਨੇ। ਇਹਨੂੰ ਥੋੜਾ ਜਿਹਾ ਹੋਰ ਵਿਸਥਾਰ ਨਾਲ ਵੀ ਆਪਾਂ ਸਮਝ ਸਕਦੇ ਹਾਂ ਕਿ ਜਿਵੇਂ ਹੁਕਮ ਹੈ, ਦੇਖੋ ਹੁਣ ਅਸੀਂ ਨੈਗੇਟਿਵ ਸੋਚ ਰਹੇ ਹਾਂ ਤਾਂ ਇਸ ਹੁਕਮ ਦੇ ਅੰਦਰ ਅਸੀਂ ਨੈਗੇਟਿਵ ਹੁੰਦੇ ਚਲੇ ਜਾਵਾਂਗੇ। ਜੋ ਅਸੀਂ ਸੋਚੀ ਜਾਵਾਂਗੇ ਹੁਕਮ ਹੈ ਉਸੇ ਤਰ੍ਹਾਂ ਦੇ ਹੁੰਦੇ ਜਾਓਗੇ। ਜੇ ਪੋਜ਼ਿਟਿਵ ਸੋਚੋਗੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਹੁੰਦੀ ਜਾਏਗੀ।
ਐਸਾ ਕਦੇ ਵੀ ਨਹੀਂ ਹੋਣਾ ਕਿ ਤੁਸੀਂ ਨੈਗੇਟਿਵ ਸੋਚੋ, ਨੈਗੇਟਿਵ ਬੋਲੋ, ਨੈਗੇਟਿਵ ਕਰਮ ਕਰੋ ਤੇ ਉਹਦਾ ਰਿਜ਼ਲਟ ਪੋਜ਼ਿਟਿਵ ਨਿਕਲੇ। ਐਵੇਂ ਤੇ ਨਹੀਂ ਹੋਣਾ। ਇਸ ਲਈ ਮਾਲਕ ਦਾ ਹੁਕਮ ਹੁੰਦਾ ਹੈ, ਜੀਵ ਉਸ ਰਾਸਤੇ ਤੇ ਪੈ ਜਾਂਦੇ ਨੇ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਜੇਹਾ ਚੀਰੀ ਲਿਖਿਆ ਦਾ ਮਤਲਬ ਜਿਹੋ ਜਿਹਾ ਹੁਕਮ ਲਿਖਿਆ ਹੋਇਆ ਹੈ, ਜੀਵ ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਨੇ। ਹੁਣ ਜੇਹਾ ਚੀਰੀ ਲਿਖਿਆ ਦਾ ਮਤਲਬ ਇਹ ਨਹੀਂ ਕਿ ਬੰਦੇ ਦੇ ਹਰ ਇੱਕ ਦੇ ਮੱਥੇ ਦੇ ਉੱਤੇ ਕਿਸਮਤ ਲਿਖੀ ਹੋਈ ਹੈ। ਇਹ ਕਿਸਮਤ ਦੀ ਗੱਲ ਨਹੀਂ ਹੈ। ਜੇਹਾ ਚੀਰੀ ਲਿਖਿਆ ਦਾ ਮਤਲਬ ਜਿਹੋ ਜਿਹਾ ਹੁਕਮ ਹੈ, ਮਤਲਬ ਪੂਰੀ ਕੁਦਰਤ ਦਾ ਜਿਹੜਾ ਸਿਸਟਮ ਹੈ, ਪੂਰੀ ਕਾਇਨਾਤ ਦਾ ਦਿਸਦੇ ਅਣਦਿਸਦੇ ਜਗਤ ਦੇ ਵਿੱਚ ਜਿਹੜੇ ਨਿਯਮ ਨੇ, ਤੇਹਾ ਹੁਕਮ ਕਮਾਹੇ, ਉਸ ਹੁਕਮ ਮੁਤਾਬਕ ਹੀ ਜ਼ਿੰਦਗੀ ਜੀਣੀ ਪਵੇਗੀ, ਉਹਦੇ ਤੋਂ ਬਾਹਰ ਨਹੀਂ। ਹੁਕਮ ਸਿਸਟਮ ਜਿਹੋ ਜਿਹਾ ਹੁਕਮ ਹੈ, ਜਿਹੋ ਜਿਹਾ ਸਿਸਟਮ ਹੈ, ਉਸ ਹੁਕਮ ਮੁਤਾਬਕ ਹੀ ਜੀਵਨ ਜੀਣਾ ਪਵੇਗਾ। ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੇ। ਕੱਲੇ ਆਵੇਂ ਦਾ ਪ੍ਰਭੂ ਦੇ ਹੁਕਮ ਵਿੱਚ ਜੀਵ ਇੱਥੇ ਆਉਂਦੇ ਨੇ, ਸੱਦੇ ਉੱਠੀ ਜਾਹੇ, ਸੱਦਾ ਆਉਂਦਾ ਤਾਂ ਚਲੇ ਜਾਂਦੇ ਨੇ। ਯਾਨੀ ਹੁਕਮ ਹੋ ਗਿਆ ਨਾ ਜਨਮ ਦਾ ਔਰ ਮੌਤ। ਆਵੇਂ ਦਾ ਮਤਲਬ ਆਉਂਦੇ ਨੇ, ਜਾਹੇ ਦਾ ਮਤਲਬ ਚਲੇ ਜਾਂਦੇ ਨੇ। ਭਾਵ ਕਿ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਹੀ ਜੀਵ ਇਸ ਸੰਸਾਰ ਤੇ ਆਉਂਦੇ ਨੇ ਔਰ ਉਸ ਰੱਬੀ ਹੁਕਮ ਦੇ ਅੰਦਰ ਹੀ ਇਸ ਸੰਸਾਰ ਨੂੰ ਛੱਡ ਜਾਂਦੇ ਨੇ, ਭਾਵ ਮੌਤ ਹੋ ਜਾਂਦੀ ਹੈ। ਤਾਂ ਸਾਰੀ ਪੰਕਤੀ ਦਾ ਭਾਵ ਹੈ ਕਿ ਹੁਕਮ ਦੇ ਅੰਦਰ ਹੀ ਜਨਮ ਹੈ ਔਰ ਹੁਕਮ ਦੇ ਅੰਦਰ ਹੀ ਮੌਤ ਹੈ। ਮਹਿਲਾ ਦੂਜਾ, ਸਿਫਤ ਜਿਨ੍ਹਾਂ ਕੋ ਬਖਸ਼ੀ ਹੈ ਸੇਈ ਪੋਤੇਦਾਰ। ਬਖਸ਼ੀਏ ਦਾ ਮਤਲਬ ਬਖਸ਼ੀ ਜਾਂਦੀ ਹੈ, ਬਖਸ਼ਿਸ਼ ਵਜੋਂ ਮਿਲਦੀ ਹੈ। ਪੋਤੇਦਾਰ ਦਾ ਮਤਲਬ ਹੁੰਦਾ ਹੈ ਖਜ਼ਾਨਚੀ, ਜਿਹਦੇ ਹੱਥ ਦੇ ਅੰਦਰ ਖਜ਼ਾਨੇ ਦੀ ਚਾਬੀ ਹੁੰਦੀ ਹੈ, ਖਜ਼ਾਨਚੀ, ਖਜ਼ਾਨਿਆਂ ਦੇ ਮਾਲਕ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਅਸਲ ਖਜ਼ਾਨਿਆਂ ਦੇ ਮਾਲਕ ਨੇ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਬਖਸ਼ਿਸ਼ ਵਜੋਂ ਮਿਲਦੀ ਹੈ। ਯਾਨੀ ਜਿਨ੍ਹਾਂ ਦੇ ਕੋਲ ਪ੍ਰਭੂ ਦੀ ਸਿਫਤ ਸਲਾਹ ਹੈ, ਅਸਲੀ ਖਜ਼ਾਨਿਆਂ ਦੇ ਮਾਲਕ ਉਹ ਨੇ। ਅਸਲੀ ਸੁੱਖਾਂ ਦੇ ਖਜ਼ਾਨੇ ਉਹਨਾਂ ਕੋਲ ਹੈ, ਅਸਲੀ ਇਨਸਾਨੀਅਤ ਉਹਨਾਂ ਕੋਲ ਹੈ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਬਖਸ਼ਿਸ਼ ਵਜੋਂ ਮਿਲੀ ਹੈ। ਸਿਫਤ ਸਲਾਹ ਦਾ ਮਤਲਬ ਰੱਬੀ ਗੁਣ ਜਿਹੜੇ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ, ਜਿਨ੍ਹਾਂ ਨੂੰ ਇਹ ਗੁਣ ਮਿਲੇ ਨੇ, ਜੋ ਮਨ, ਬਚਨ ਔਰ ਕਰਮ ਕਰਕੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰ ਰਹੇ ਨੇ, ਅਸਲੀ ਉਹ ਖਜ਼ਾਨਿਆਂ ਦੇ ਮਾਲਕ ਨੇ, ਸੁੱਖਾਂ ਦੇ ਮਾਲਕ ਨੇ। ਉਹਨਾਂ ਦੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਹੈ। ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਭੰਡਾਰ। ਭੰਡਾਰ ਦਾ ਮਤਲਬ ਖਜ਼ਾਨੇ। ਜਿਨ੍ਹਾਂ ਨੂੰ ਪ੍ਰਭੂ ਖਜ਼ਾਨੇ ਦੀ ਕੁੰਜੀ ਆਪ ਦਿੰਦਾ ਹੈ, ਉਹਨਾਂ ਨੂੰ ਸਿਫਤ ਸਲਾਹ ਦੇ ਖਜ਼ਾਨੇ ਮਿਲ ਜਾਂਦੇ ਨੇ। ਜਿਨ੍ਹਾਂ ਨੂੰ ਪ੍ਰਭੂ ਕੁੰਜੀ ਦਿੰਦਾ ਹੈ, ਉਹਨਾਂ ਨੂੰ ਇਹ ਸਿਫਤ ਸਲਾਹ ਦੇ ਖਜ਼ਾਨੇ ਮਿਲ ਜਾਂਦੇ ਨੇ। ਤੇ ਹੁਣ ਇਹ ਕੁੰਜੀ ਕੀ ਹੈ? ਕੁੰਜੀ ਦਾ ਮਤਲਬ ਇੱਥੇ ਹੈ ਗਿਆਨ, ਗੁਰੂ ਦਾ ਗਿਆਨ। ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਹੈ, ਜਿਨ੍ਹਾਂ ਨੂੰ ਰੱਬੀ ਰਜ਼ਾ ਦੀ ਸਮਝ ਹੈ, ਉਹਨਾਂ ਨੂੰ ਇਹ ਭੰਡਾਰੇ ਮਿਲ ਜਾਂਦੇ ਨੇ, ਉਹਨਾਂ ਨੂੰ ਇਹ ਸਿਫਤ ਸਲਾਹ ਦੇ ਭੰਡਾਰੇ ਮਿਲ ਜਾਂਦੇ ਨੇ। ਹੁਣ ਸਾਨੂੰ ਇਹਦੇ ਬਾਰੇ ਨੌਲੇਜ ਚਾਹੀਦਾ ਨਾ, ਗਿਆਨ ਚਾਹੀਦਾ, ਸਮਝ ਚਾਹੀਦੀ ਹੈ। ਔਰ ਇਹ ਕਾਮਨ ਸੈਂਸ, ਇਹ ਗਿਆਨ ਸਾਨੂੰ ਗੁਰੂ ਪਾਸੋਂ ਮਿਲਦਾ ਹੈ। ਤਾਂ ਜਿਨ੍ਹਾਂ ਦੇ ਕੋਲ ਗਿਆਨ ਹੈ, ਜਿਨ੍ਹਾਂ ਨੇ ਗਿਆਨ ਦੀ ਸਹੀ ਵਰਤੋਂ ਕੀਤੀ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹਨਾਂ ਨੂੰ ਇਹ ਭੰਡਾਰੇ ਮਿਲ ਜਾਂਦੇ ਨੇ। ਯਾਨੀ ਸਿਫਤ ਸਲਾਹ ਦੇ ਭੰਡਾਰੇ, ਸੁੱਖਾਂ ਦੇ ਭੰਡਾਰ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਨੂੰ ਰਜ਼ਾ ਦੇ ਵਿੱਚ ਤੁਰਨ ਦੀ ਕੁੰਜੀ ਮਿਲ ਗਈ ਹੈ। ਜਹ ਭੰਡਾਰੀ ਹੂੰ ਗੁਣ ਨਿਕਲੇ ਤੇ ਕੀਏ ਹੈ ਪ੍ਰਵਾਨ। ਨਿਕਲੇ ਦਾ ਮਤਲਬ ਪ੍ਰਗਟ ਹੁੰਦੇ ਨੇ, ਤੇ ਦਾ ਮਤਲਬ ਉਹ, ਕੀਏ ਦਾ ਮਤਲਬ ਕੀਤੇ ਜਾਂਦੇ ਨੇ, ਪ੍ਰਵਾਨ ਦਾ ਮਤਲਬ ਕਬੂਲ। ਜਿਨ੍ਹਾਂ ਭੰਡਾਰਿਆਂ ਚੋਂ ਗੁਣ ਨਿਕਲਦੇ ਨੇ, ਉਹ ਭੰਡਾਰੇ ਕਬੂਲ ਕਰ ਲਏ ਜਾਂਦੇ ਨੇ ਰੱਬ ਦੇ ਦਰ ਤੇ। ਰੱਬੀ ਦਰ ਤੇ ਉਹ ਪ੍ਰਵਾਨ ਕਰ ਲਏ ਜਾਂਦੇ ਨੇ ਜਿਨ੍ਹਾਂ ਭੰਡਾਰਿਆਂ ਦੇ ਵਿੱਚੋਂ ਗੁਣ ਨਿਕਲਦੇ ਨੇ। ਹੁਣ ਉਹ ਭੰਡਾਰੇ ਕਿਹੜੇ ਨੇ ਜਿਨ੍ਹਾਂ ਚੋਂ ਗੁਣ ਜਾਂ ਔਗਣ ਨਿਕਲਦੇ ਨੇ? ਦੇਖੋ, ਉਹ ਭੰਡਾਰੇ ਸਾਡਾ ਹਿਰਦਾ ਹੈ, ਸਾਡੀ ਸੋਚ, ਸਾਡੀ ਮੈਂਟੈਲਿਟੀ, ਜਿਹਦੀ ਸੋਚ ਦੇ ਅੰਦਰ ਗੁਣ ਭਰੇ ਪਏ ਨੇ। ਜੇ ਸੋਚ ਦੇ ਵਿੱਚੋਂ ਗੁਣ ਪ੍ਰਗਟ ਹੋ ਰਹੇ ਨੇ, ਉਹ ਭੰਡਾਰੇ ਉਹ ਸੋਚ ਵਾਲੇ ਇਨਸਾਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ। ਤੇ ਜਿਨ੍ਹਾਂ ਨੇ ਆਪਣੀ ਸੋਚ ਅੰਦਰ ਵਿਕਾਰਾਂ ਦੇ ਭੰਡਾਰ ਭਰੇ ਪਏ ਨੇ, ਉਹਨਾਂ ਭੰਡਾਰਿਆਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਮਤਲਬ ਕਿ ਜਿਨ੍ਹਾਂ ਦੀ ਸੋਚ ਦੇ ਅੰਦਰ
ਰੱਬੀ ਗੁਣ ਨੇ, ਉਹ ਰੱਬੀ ਦਰ ਤੇ ਪ੍ਰਵਾਨ ਹੁੰਦੇ ਨੇ, ਉਹਨਾਂ ਨੂੰ ਸੰਸਾਰ ਵਿੱਚ ਮਾਣ ਆਦਰ ਮਿਲਦਾ ਹੈ। ਨਦਰ ਤਿਨਾ ਕੋ ਨਾਨਕਾ, ਨਾਮ ਜਿਨਾ ਨਿਸ਼ਾਨ। ਨਿਸ਼ਾਨ ਦਾ ਮਤਲਬ ਹੁੰਦਾ ਹੈ ਝੰਡਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਨਦਰ ਤਿਨਾ ਕੋ ਨਾਨਕਾ, ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ। ਨਾਮ ਜਿਨਾ ਨਿਸ਼ਾਨ, ਜਿਨ੍ਹਾਂ ਕੋਲ ਹੁਕਮ ਦਾ ਝੰਡਾ ਹੈ, ਜੋ ਹੁਕਮ ਦਾ ਝੰਡਾ ਲੈ ਕੇ ਚੱਲ ਰਹੇ ਨੇ। ਹੁਕਮ ਦਾ ਝੰਡਾ ਲੈਣ ਦਾ ਮਤਲਬ ਕਿ ਜੋ ਉਸ ਝੰਡੇ ਦੇ ਅਧੀਨ ਚੱਲ ਰਹੇ ਨੇ, ਜੋ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ, ਉਹਨਾਂ ਇਨਸਾਨਾਂ ਨੂੰ ਰਹਿਮਤ ਔਰ ਬਖਸ਼ਿਸ਼ ਮਿਲਦੀ ਹੈ। ਇਹਦਾ ਮਤਲਬ ਜੋ ਰੱਬੀ ਰਜ਼ਾ ਵਿੱਚ ਤੁਰੇਗਾ, ਉਹ ਰੱਬੀ ਰਜ਼ਾ ਦਾ ਬਖਸ਼ਿਸ਼ ਦਾ ਪਾਤਰ ਬਣ ਜਾਏਗਾ। ਪੌੜੀ। ਨਾਮ ਨਿਰੰਜਨ ਨਿਰਮਲਾ, ਸੁਣਿਆ ਸੁਖ ਹੋਈ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਨਿਰਮਲਾ ਦਾ ਮਤਲਬ ਪਵਿੱਤਰ, ਸੁਣਿਆ ਦਾ ਮਤਲਬ ਸੁਣਨ ਦੇ ਨਾਲ, ਜੇਕਰ ਸੁਣਿਆ ਜਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਹੁਕਮ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ। ਤਾਂ ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਨਿਰਮਲਾ ਦਾ ਮਤਲਬ ਪਵਿੱਤਰ, ਕਿ ਜੋ ਪ੍ਰਭੂ ਦਾ ਹੁਕਮ ਹੈ ਉਹ ਮਾਇਆ ਦੀ ਮੈਲ ਤੋਂ ਰਹਿਤ ਹੈ ਔਰ ਪਵਿੱਤਰ ਹੈ। ਪ੍ਰਭੂ ਦੇ ਗੁਣ ਮਾਇਆ ਦੀ ਮੈਲ ਤੋਂ ਰਹਿਤ ਨੇ, ਪਵਿੱਤਰ ਨੇ। ਸੁਣਿਆ ਸੁਖ ਹੋਈ। ਰੱਬੀ ਗੁਣਾਂ ਨੂੰ, ਰੱਬੀ ਸਿਫਤ ਸਲਾਹ ਨੂੰ ਸੁਣਨ ਦੇ ਨਾਲ ਸੁਖ ਮਿਲਦਾ ਹੈ। ਹੁਣ ਇਹ ਚੀਜ਼ ਨੂੰ ਸਮਝ ਲੈਣਾ, ਅਸੀਂ ਦੋ ਚੀਜ਼ਾਂ ਸੁਣਦੇ ਹਾਂ, ਇੱਕ ਨੈਗੇਟਿਵ ਬੋਲ ਔਰ ਇੱਕ ਪੋਜ਼ਿਟਿਵ ਬੋਲ। ਮੰਨ ਲਓ ਤੁਸੀਂ ਕਿਸੇ ਇਨਸਾਨ ਤੋਂ ਕੋਈ ਸਲਾਹ ਲੈ ਰਹੇ ਹੋ, ਤਾਂ ਉਹ ਸਲਾਹ ਤੁਹਾਨੂੰ ਬੋਲ ਕੇ ਦੱਸੇਗਾ ਕਿ ਤੂੰ ਬਈ ਇਸ ਰਾਸਤੇ ਤੇ ਚਲਾ ਜਾ, ਫਲਾਂ ਜਗ੍ਹਾ ਤੋਂ ਸੱਜੇ ਪਾਸੇ ਮੁੜ ਜਾਈਂ, ਫਿਰ ਖੱਬੇ ਪਾਸੇ ਚਲਾ ਜਾਈਂ, ਫਿਰ 10 ਕਿਲੋਮੀਟਰ ਸਿੱਧਾ ਜਾ ਕੇ ਅਗਲਾ ਜੋ ਪਿੰਡ ਆਏਗਾ ਉਹ ਤੇਰੀ ਮੰਜ਼ਿਲ ਹੈ। ਹੁਣ ਇੱਕ ਬੰਦੇ ਨੇ ਇਹ ਰਾਹ ਬੋਲ ਕੇ ਦੱਸਿਆ ਤੇ ਤੁਸੀਂ ਉਸ ਦੱਸੇ ਹੋਏ ਰਾਹ ਤੇ ਉਸ ਚੀਜ਼ ਨੂੰ ਸੁਣ ਕੇ ਉਸ ਰਾਹ ਤੇ ਪੈ ਗਏ। ਜੇ ਤਾਂ ਉਹ ਰਾਹ ਠੀਕ ਸੀ, ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ, ਤੇ ਜੇ ਦੱਸਣ ਵਾਲੇ ਨੂੰ ਭੁਲੇਖਾ ਲੱਗਾ ਹੈ, ਉਹਨੇ ਗਲਤ ਗਾਈਡ ਕਰ ਦਿੱਤਾ, ਤਾਂ ਤੁਸੀਂ ਗਲਤ ਪਹੁੰਚ ਜਾਓਗੇ। ਇਹਦਾ ਮਤਲਬ ਜੋ ਤੁਸੀਂ ਸੁਣੋਗੇ ਉਹਦੇ ਤੇ ਅਮਲ ਵੀ ਹੋਏਗਾ। ਤਾਂ ਸਾਨੂੰ ਕੀ ਸੁਣਨਾ ਚਾਹੀਦਾ ਹੈ? ਜੇ ਅਸੀਂ ਔਗਣ ਸੁਣਾਂਗੇ, ਨੈਗੇਟਿਵ ਬੋਲ ਸੁਣਾਂਗੇ, ਚੁਗਲੀ ਨਿੰਦਾ ਸੁਣਦੇ ਰਹਾਂਗੇ ਹਮੇਸ਼ਾ, ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ ਉਹ ਨੈਗੇਟਿਵਿਟੀ ਜਾਂਦੀ ਰਹੇਗੀ, ਵਿਕਾਰ ਜਾਂਦੇ ਰਹਿਣਗੇ, ਈਰਖਾ ਦਵੇਸ਼ ਜਾਂਦੀ ਰਹੇਗੀ। ਔਰ ਜੇ ਅਸੀਂ ਗੁਣ ਸੁਣਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਸ਼ੁਭ ਗੁਣ ਜਾਣਗੇ। ਇਸ ਲਈ ਜਦੋਂ ਕੋਈ ਤੁਹਾਡੇ ਕੋਲ ਗੱਲਬਾਤ ਕਰੇ ਨਾ, ਤਾਂ ਉਹਨੂੰ ਇੱਕ ਗੱਲ ਕਹਿਣਾ ਕਿ ਸੱਜਣਾ, ਮੈਂ ਜਿਵੇਂ ਚਾਹ ਪੁਣ ਕੇ ਨਹੀਂ ਪੀਂਦੇ, ਚਾਹ ਪੁਣੀ ਦੀ ਹੈ, ਦੁੱਧ ਪੁਣੀ ਦਾ ਹੈ, ਪੁਣ ਕੇ ਪੀਵੀ ਦੀ ਹੈ, ਇਸੇ ਤਰ੍ਹਾਂ ਮੈਂ ਅੱਜ ਕੱਲ ਨਾ ਫਿਲਟਰ ਰੱਖਿਆ ਹੈ, ਤੇ ਮੈਂ ਤੇਰੀ ਗੱਲ ਨੂੰ ਵੀ ਫਿਲਟਰ ਲਾਣਾ ਚਾਹੁੰਦਾ। ਫਿਲਟਰ ਕਰਕੇ ਹੀ ਮੈਂ ਇਸ ਚੀਜ਼ ਨੂੰ ਸੁਣਾਂਗਾ, ਫਿਲਟਰ ਕਰਕੇ ਹੀ ਮੈਂ ਇਸ ਗੱਲ ਦੇ ਉੱਤੇ ਅਮਲ ਕਰਨ ਦਾ ਯਤਨ ਕਰਾਂਗਾ, ਜਿਸ ਕਰਕੇ ਮੇਰਾ ਵੀ ਨੁਕਸਾਨ ਨਾ ਹੋਵੇ, ਤੇਰਾ ਵੀ ਨੁਕਸਾਨ ਨਾ ਹੋਵੇ। ਪੌਣੀ ਲਾਣੀ ਹੈ ਮੈਂ, ਤੇ ਉਹ ਪੌਣੀ 3 ਕਿਸਮ ਦੀ, ਉਹ 3 ਕਿਸਮ ਦਾ ਫਿਲਟਰ ਹੈ, ਉਹਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਛਾਣ ਲੈਣਾ, ਪੁਣ ਲੈਣਾ। ਪਹਿਲੀ ਗੱਲ, ਪਹਿਲਾ ਫਿਲਟਰ, ਪਹਿਲੀ ਪੌਣੀ। ਕੋਈ ਆਣ ਕੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਮਿੱਤਰ ਬਾਰੇ ਇੱਕ ਗੱਲ ਦੱਸਣੀ ਚਾਹੁੰਦਾ, ਤੁਹਾਡੇ ਰਿਸ਼ਤੇਦਾਰ ਬਾਰੇ, ਤੁਹਾਡੇ ਧੀ ਪੁੱਤਰ ਬਾਰੇ, ਨੂੰਹ ਜਵਾਈ ਬਾਰੇ, ਜਾਂ ਸੱਜਣ ਮਿੱਤਰ ਬਾਰੇ, ਕਿਸੇ ਬਾਰੇ ਵੀ, ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਤਾਂ ਪਹਿਲਾ ਫਿਲਟਰ ਹੈ, ਉਹਦੇ ਤੋਂ ਇਹ ਪੁੱਛੋ ਕਿ ਜਿਹੜੀ ਤੂੰ ਗੱਲ ਦੱਸਣੀ ਚਾਹੁੰਦਾ ਹੈ, ਕੀ ਉਹ ਸੱਚੀ ਹੈ? 100% ਤੈਨੂੰ ਪੂਰਾ ਯਕੀਨ ਹੈ ਕਿ ਉਹ ਗੱਲ ਬਿਲਕੁਲ ਸੱਚੀ ਹੈ? ਤੇ ਉਹ ਕਹਿੰਦਾ ਹੈ ਕਿ ਨਹੀਂ ਯਾਰ, ਸੱਚੀ ਤਾਂ ਨਹੀਂ, ਮੈਂ ਕਿਸੇ ਤੋਂ ਸੁਣੀ ਹੈ, ਮੈਂ ਕਿਸੇ ਤੋਂ ਸੁਣੀ ਹੈ। ਓਕੇ, ਮਤਲਬ ਇਹਦਾ ਮਤਲਬ ਕਿ ਗੱਲ ਸੱਚੀ ਨਹੀਂ, ਤੈਨੂੰ ਪੂਰਾ ਯਕੀਨ ਨਹੀਂ ਕਿ ਉਹ ਗੱਲ ਸੱਚੀ ਨਹੀਂ। ਹਾਂ, ਕਹਿੰਦਾ ਯਕੀਨ ਨਹੀਂ, ਸੁਣੀ ਹੈ। ਦੂਜਾ ਫਿਲਟਰ ਇਹ, ਦੂਜੀ ਪੌਣੀ ਇਹ, ਕਿ ਜਿਹੜੀ ਤੂੰ ਗੱਲ ਮੈਨੂੰ ਦੱਸਣੀ ਚਾਹ ਰਿਹਾ ਹੈ ਉਹ ਮੇਰੇ ਮਿੱਤਰ ਦੀ ਬੁਰਾਈ ਹੈ ਕਿ ਉਹਦੀ ਸਿਫਤ, ਉਹਦਾ ਗੁਣ ਹੈ। ਤੇ ਜੇ ਕੋਈ ਕਹੇ ਕਿ ਯਾਰ ਹੈ ਤਾਂ ਉਹਦੀ ਬੁਰਾਈ ਵਿੱਚ ਹੈ, ਓਕੇ, ਯਾਨੀ ਗੱਲ ਜਿਹੜੀ ਹੈ ਉਹ ਸੱਚੀ ਨਹੀਂ, ਤੈਨੂੰ ਪੂਰਾ ਯਕੀਨ ਨਹੀਂ, ਤੇ ਹੈ ਵੀ ਉਹਦੀ ਬੁਰਾਈ ਵਿੱਚ। ਤੇ ਤੀਜਾ ਫਿਲਟਰ ਇਹ ਲਗਾਓ ਕਿ ਜਿਹੜੀ ਤੂੰ ਗੱਲ ਮੇਰੇ ਮਿੱਤਰ ਬਾਰੇ ਦੱਸਣ ਲੱਗਾ ਹੈ, ਉਹਦੇ ਨਾਲ ਮੇਰਾ ਨੁਕਸਾਨ ਹੋਏਗਾ ਕਿ ਲਾਭ? ਮੈਨੂੰ ਨੁਕਸਾਨ ਹੋਏਗਾ ਕਿ ਲਾਭ?
ਤੇ ਅਗਲਾ ਕਵੇ ਯਾਰ ਲਾਭ ਤੇ ਕੋਈ ਨਹੀਂ ਹੋਣਾ, ਨੁਕਸਾਨ ਥੋੜਾ ਬਹੁਤਾ ਭਾਵੇਂ ਹੋ ਜਾਏ, ਲਾਭ ਨੁਕਸਾਨ ਤੇ ਨਹੀਂ, ਤਾਂ ਫਿਰ ਉਹਨੂੰ ਮਨਾ ਕਰ ਦੋ ਭਈ ਜਿਹੜੀ ਤੂੰ ਗੱਲ ਕਰਨੀ ਚਾਹੁੰਦਾ ਉਹ ਸੱਚੀ ਵੀ ਨਹੀਂ, ਤੈਨੂੰ ਯਕੀਨ ਵੀ ਨਹੀਂ, ਉਹ ਹੈ ਵੀ ਮੇਰੇ ਮਿੱਤਰ ਦੀ ਬੁਰਾਈ ਵਿੱਚ, ਉਹਦੇ ਭਲੇ ਵਿੱਚ ਨਹੀਂ, ਤੇ ਤੀਜੀ ਗੱਲ ਉਹਦੇ ਵਿੱਚ ਮੇਰਾ ਵੀ ਲਾਭ ਨਹੀਂ, ਤਾਂ ਫਿਰ ਕਿਉਂ ਆਪਣਾ ਟਾਈਮ ਵਿਅਰਥ ਕਰਦਾ ਹੈ ਔਰ ਕਿਉਂ ਮੈਨੂੰ ਪਰੇਸ਼ਾਨ ਕਰਦਾ ਹੈ? ਇਹੋ ਜਿਹੀ ਗੱਲ ਨਾ ਸੁਣੋ। ਉਹ ਗੱਲ ਸੁਣੋ ਜਿਹੜੀ ਬਿਲਕੁਲ ਸੱਚੀ ਹੈ ਔਰ ਜਿਹਦੇ ਵਾਸਤੇ ਕਹੀ ਜਾ ਰਹੀ ਹੈ ਉਹਦਾ ਵੀ ਭਲਾ ਹੈ ਔਰ ਜਿਹਨੂੰ ਕਹੀ ਜਾ ਰਹੀ ਹੈ ਉਹਦਾ ਵੀ ਭਲਾ ਹੈ। ਉਹ ਗੱਲ ਸੁਣੋ ਤਾਂ ਸੁਖ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ। ਜੋ ਪ੍ਰਭੂ ਦੀ ਸਿਫਤ ਸਲਾਹ ਹੈ, ਪ੍ਰਭੂ ਦਾ ਹੁਕਮ ਹੈ, ਉਹ ਮਾਇਆ ਦੀ ਮੈਲ ਤੋਂ ਰਹਿਤ ਹੈ ਔਰ ਪਵਿੱਤਰ ਹੈ। ਤੇ ਉਸ ਮਾਇਆ ਦੀ ਮੈਲ ਤੋਂ ਰਹਿਤ ਔਰ ਪਵਿੱਤਰ ਸ਼ੁਭ ਗੁਣਾਂ ਨੂੰ ਸੁਣਨ ਦੇ ਨਾਲ ਸੁਖ ਮਿਲਦਾ ਹੈ, ਕਿਉਂਕਿ ਜੇ ਚੰਗਾ ਸੁਣੋਗੇ, ਚੰਗਾ ਕਰੋਗੇ, ਸੁਖ ਮਿਲੇਗਾ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਸੁਣ ਸੁਣ ਮਨ ਵਸਾਈ ਹੈ, ਬੂਝੈ ਜਨ ਕੋਈ। ਸੁਣ ਸੁਣ ਦਾ ਮਤਲਬ ਸੁਣ ਕੇ, ਮਨ ਵਸਾਈਏ ਦਾ ਮਤਲਬ ਜੇ ਕੋਈ ਮਨ ਦੇ ਅੰਦਰ ਵਸਾ ਲਵੇ। ਜੇਕਰ ਸੁਣ ਸੁਣ ਕੇ ਸ਼ੁਭ ਗੁਣਾਂ ਨੂੰ, ਰੱਬੀ ਰਜਾ ਨੂੰ ਆਪਣੇ ਮਨ ਦੇ ਅੰਦਰ ਵਸਾ ਲਿਆ ਜਾਏ ਤਾਂ ਸੁਖ ਮਿਲਦਾ ਹੈ। ਬੂਝੈ ਜਨ ਕੋਈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ ਹੈ, ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ ਕਿ ਰੱਬੀ ਗੁਣ, ਰੱਬੀ ਹੁਕਮ ਮਾਇਆ ਦੀ ਮੈਲ ਤੋਂ ਰਹਿਤ ਹੈ, ਪਵਿੱਤਰ ਹੈ। ਜੇ ਉਹਨੂੰ ਸੁਣ ਕੇ ਮਨ ਵਿੱਚ ਵਸਾ ਲਿਆ ਜਾਏ, ਅਮਲ ਕਰ ਲਿਆ ਜਾਏ ਤਾਂ ਜ਼ਿੰਦਗੀ ਦੇ ਅੰਦਰ ਸੁਖ ਮਿਲਦਾ ਹੈ। ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ, ਸਾਰੇ ਇਸ ਗੱਲ ਨੂੰ ਸਮਝਦੇ ਨਹੀਂ। ਇਸ ਕਰਕੇ ਲੋਕ ਨਿੰਦਾ ਚੁਗਲੀ ਵੀ ਸੁਣੀ ਜਾਂਦੇ ਨੇ ਔਰ ਮਨ ਦੇ ਵਿੱਚ ਬੁਰਾਈਆਂ ਵੀ ਵਸਾਈ ਫਿਰਦੇ ਨੇ, ਕਿਉਂਕਿ ਬੁੱਝਦੇ ਨਹੀਂ ਨਾ, ਸਮਝਦੇ ਨਹੀਂ। ਬਹਿੰਦਿਆਂ ਉੱਠਦਿਆਂ ਨਾ ਵਿਸਰੈ, ਸਾਚਾ ਸੱਚ ਸੋਈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰਮੁਖ ਬੰਦਾ ਇਹ ਗੱਲ ਸਮਝ ਲੈਂਦਾ ਨਾ, ਜਿਹਦੀ ਇਹ ਸਮਝ ਵਿੱਚ ਬਹਿ ਜਾਏ ਕਿ ਪ੍ਰਭੂ ਦੇ ਸ਼ੁਭ ਗੁਣਾਂ ਨੂੰ ਸਮਝ ਕੇ, ਸੁਣ ਕੇ, ਮਨ ਵਿੱਚ ਵਸਾਇਆ ਸੁਖ ਮਿਲਦਾ ਹੈ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ, ਫਿਰ ਗੁਰੂ ਜੀ ਕਹਿੰਦੇ ਨੇ, ਬਹਿੰਦਿਆਂ ਉੱਠਦਿਆਂ ਨਾ ਵਿਸਰੈ। ਉਹਨੂੰ ਉੱਠਦਿਆਂ ਬਹਿੰਦਿਆਂ ਫਿਰ ਰੱਬੀ ਗੁਣ ਕਦੇ ਵੀ ਨਹੀਂ ਭੁੱਲਦੇ, ਉਹਨੂੰ ਕਦੇ ਵੀ ਨਹੀਂ ਭੁੱਲਦੇ। ਉਸ ਦੇ ਗੁਣ ਜਿਹੜਾ ਸਦਾ ਸੱਚਾ ਹੈ, ਜਿਹੜਾ ਹਮੇਸ਼ਾ ਸदैव ਸੱਚ ਹੈ, ਸਾਚਾ ਸੱਚ ਸੋਈ। ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਸਦਾ ਕਾਇਮ ਰਹਿਣ ਵਾਲਾ ਸੱਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਫਿਰ ਨੂੰ ਉੱਠਦਿਆਂ ਬੈਠਦਿਆਂ ਕਦੇ ਵੀ ਨਹੀਂ ਭੁੱਲਦੇ। ਫਿਰ ਉਹ ਹਮੇਸ਼ਾ ਇਹਨਾਂ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ। ਭਗਤਾਂ ਕੋ ਨਾਮ ਆਧਾਰ ਹੈ, ਨਾਮੇ ਸੁਖ ਹੋਈ। ਇਹਨੂੰ ਭਗਤਾ ਨਹੀਂ ਪੜਨਾ, ਬਿੰਦੀ ਲਗਾ ਕੇ ਭਗਤਾਂ ਕੋ। ਨਾਮ ਆਧਾਰ ਹੈ, ਜੋ ਭਗਤ ਨੇ, ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਨਾਮ ਦਾ ਆਸਰਾ ਹੈ। ਉਹਨਾਂ ਦੇ ਜੀਵਨ ਦਾ ਆਧਾਰ ਨਾਮ ਹੈ। ਨਾਮ ਦਾ ਮਤਲਬ ਰੱਬੀ ਰਜਾ, ਨਾਮ ਦਾ ਮਤਲਬ ਰੱਬੀ ਗੁਣ। ਉਹਨਾਂ ਦੇ ਜੀਵਨ ਦਾ ਬੇਸ ਨਾਮ ਹੈ, ਰੱਬੀ ਹੁਕਮ ਹੈ। ਉਹ ਰੱਬੀ ਹੁਕਮ ਤੋਂ ਬਾਹਰ ਨਹੀਂ ਜੀਂਦੇ। ਹੁਣ ਜੈਸਾ ਬੇਸ ਹੋਏਗਾ ਵੈਸੀ ਇਮਾਰਤ ਉਸਰੇਗੀ। ਹੁਣ ਕਈਆਂ ਦੇ ਜੀਵਨ ਦਾ ਬੇਸ ਝੂਠ ਹੈ, ਉਹਨਾਂ ਨੇ ਝੂਠ ਤੇ ਜ਼ਿੰਦਗੀ ਉਸਾਰੀ ਹੈ, ਲੋਭ ਤੇ, ਕ੍ਰੋਧ ਤੇ, ਮੋਹ ਤੇ। ਪਰ ਰੱਬ ਦੇ ਪਿਆਰੇ ਐਸੇ ਨਹੀਂ ਹਨ। ਰੱਬ ਦੇ ਪਿਆਰਿਆਂ ਦਾ ਜੋ ਜੀਵਨ ਦਾ ਬੇਸ ਹੈ ਨਾ, ਜ਼ਿੰਦਗੀ ਦਾ, ਸੋਚ ਦਾ, ਉਹ ਸੱਚਾਈ, ਦਇਆ, ਧਰਮ ਆਦਿਕ ਰੱਬੀ ਗੁਣ ਨੇ। ਤਾਂ ਭਗਤਾਂ ਨੂੰ ਆਤਮਿਕ ਜੀਵਨ ਲਈ ਸਿਰਫ ਪ੍ਰਭੂ ਦੀ ਸਿਫਤ ਸਲਾਹ ਦਾ ਆਸਰਾ ਹੁੰਦਾ ਹੈ ਤੇ ਰੱਬੀ ਹੁਕਮ ਵਿੱਚ ਜੁੜਨ ਦੇ ਨਾਲ ਉਹਨਾਂ ਨੂੰ ਸੁਖ ਮਿਲਦਾ ਹੈ। ਉਹ ਸੁਖੀ ਔਰ ਸ਼ਾਂਤ ਰਹਿੰਦੇ ਨੇ। ਨਾਨਕ ਮਨ ਤਨ ਰਵ ਰਹਿਆ, ਗੁਰਮੁਖ ਹਰ ਸੋਈ। ਗੁਰਮੁਖ ਦਾ ਮਤਲਬ ਗੁਰੂ ਦੇ ਸ਼ਰਨੀ ਰਹਿਣ ਵਾਲੇ, ਗੁਰਮੁਖ ਦੇ ਮਨ ਤਨ ਵਿੱਚ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਮਨ ਵਿੱਚ ਵੀ ਔਰ ਉਹਨਾਂ ਦੇ ਤਨ ਵਿੱਚ ਵੀ ਹਮੇਸ਼ਾ ਰੱਬ ਵਸਿਆ ਰਹਿੰਦਾ ਹੈ। ਨਾਨਕ ਮਨ ਤਨ ਰਵ ਰਹਿਆ, ਗੁਰਮੁਖ ਹਰ ਸੋਈ ਦਾ ਮਤਲਬ, ਗੁਰੂਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ, ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ, ਉਹਨਾਂ ਦੇ ਮਨ ਵਿੱਚ ਵੀ ਔਰ ਉਹਨਾਂ ਦੇ ਤਨ ਵਿੱਚ ਵੀ ਰੱਬ ਵਸਿਆ ਰਹਿੰਦਾ। ਹੁਣ ਮਨ ਵਿੱਚ ਵੀ ਔਰ ਤਨ ਵਿੱਚ ਵੀ ਰੱਬ ਵਸਣ ਦਾ ਮਤਲਬ ਕਿ ਉਹਨਾਂ ਦੀ ਸੋਚ ਵਿੱਚ ਵੀ ਰੱਬੀ ਗੁਣ ਹੁੰਦੇ ਨੇ ਔਰ ਉਹਨਾਂ ਦੇ ਬਿਹੇਵੀਅਰ ਵਿੱਚ ਵੀ ਰੱਬੀ ਗੁਣ ਹੁੰਦੇ ਨੇ। ਸੋਚ ਵਿੱਚ ਵੀ ਸੱਚ ਹੈ, ਬੋਲਾਂ ਵਿੱਚ ਵੀ ਸੱਚ ਹੈ, ਹੱਥਾਂ ਵਿੱਚ ਵੀ ਸੱਚ ਹੈ, ਪੈਰਾਂ ਨਾਲ ਵੀ ਸੱਚੇ ਰਾਹਾਂ ਤੇ ਚੱਲ ਰਹੇ ਨੇ।
ਸ਼ਲੋਕ ਮਹਿਲਾ ਪਹਿਲਾ। ਨਾਨਕ ਤੁਲੀਆਂ ਹੈ ਤੋਲ, ਜੇ ਜੀਓ ਪਿੱਛੇ ਪਾਈ ਹੈ। ਨਾਨਕ ਦਾ ਮਤਲਬ ਹੈ ਨਾਨਕ, ਤੁਲੀਆਂ ਦਾ ਮਤਲਬ ਤੋਲੇ ਜਾਂਦੇ ਨੇ, ਤੁਲਦੇ ਨੇ। ਤੋਲ ਤੁਲੀਆਂ ਦਾ ਮਤਲਬ ਤੋਲ ਤੋਲੇ ਜਾਂਦੇ ਨੇ, ਯਾਨੀ ਤੋਲ ਪੂਰੇ ਉਤਰਦੇ ਨੇ। ਜੀਓ ਦਾ ਮਤਲਬ ਜਿੰਦ, ਪਿੱਛੇ ਦਾ ਮਤਲਬ ਪਿਛਲੇ ਛਾਬੇ ਵਿੱਚ, ਤਕੜੀ ਦੇ ਦੂਜੇ ਛਾਬੇ ਵਿੱਚ। ਹੁਣ ਦੇਖੋ, ਅਸੀਂ ਕੋਈ ਚੀਜ਼ ਤੋਲਣੀ ਹੈ, ਕਿਲੋ ਦਾ ਵੱਟਾ ਹੈ ਤੇ ਕਿਲੋ ਚੀਜ਼ ਤੋਲਣੀ ਹੈ, ਤਾਂ ਉਹ ਸਾਨੂੰ ਪਤਾ ਹੋਵੇ ਵੀ ਇਹ ਚੀਜ਼ ਕਿਲੋ ਹੈ ਜਾਂ ਘੱਟ ਹੈ। ਤਾਂ ਉਹਦਾ ਪਤਾ ਕਿਵੇਂ ਲੱਗੇਗਾ ਕਿ ਤਕੜੀ ਦੇ ਇੱਕ ਪਾਸੇ ਵਿੱਚ ਕਿਲੋ ਦਾ ਵੱਟਾ ਰੱਖੋ, ਦੂਜੇ ਪਾਸੇ ਤੁਸੀਂ ਦੂਜੀ ਚੀਜ਼ ਰੱਖ ਦਿਓ, ਤੇ ਜੇ ਉਹ ਬਰਾਬਰ ਹੋਵੇ, ਪਲੜੇ ਦੋਵੇਂ ਬਰਾਬਰ ਆ ਜਾਣ, ਤਾਂ ਸਮਝ ਲਓ ਚੀਜ਼ ਕਿਲੋ ਹੈ। ਤੇ ਜੇ ਉਹ ਚੀਜ਼ ਵਾਲਾ ਪਾਸਾ ਥੱਲੇ ਹੈ, ਤਾਂ ਇਹਦਾ ਮਤਲਬ ਉਹ ਚੀਜ਼ ਕਿਲੋ ਤੋਂ ਜ਼ਿਆਦਾ ਹੈ। ਤੇ ਜੇ ਉਹ ਵਸਤੂ ਵਾਲਾ ਪਾਸਾ ਉੱਚਾ ਹੈ, ਤਾਂ ਇਹਦਾ ਮਤਲਬ ਕਿਲੋ ਤੋਂ ਘੱਟ ਹੈ। ਬਰਾਬਰ ਤਾਂ ਹੈ ਜੇ ਦੋਵੇਂ ਪਲੜੇ ਬਰਾਬਰ ਆ ਜਾਣ। ਉਹ ਕਿਸੇ ਨਾ ਦੁਕਾਨਦਾਰ ਤੋਂ ਬੀਬੀ ਲੈ ਕੇ ਗਈ ਕਿਲੋ ਚੀਨੀ, ਤੇ ਉਹ ਕਹਿਣ ਲੱਗਾ ਵੀ ਬੀਬੀ ਸਾਨੂੰ ਨਾ ਕਿਲੋ ਦੇਸੀ ਘਿਓ ਚਾਹੀਦਾ ਹੈ। ਕਹਿਣ ਲੱਗੀ ਕੋਈ ਨਾ, ਮੈਂ ਕਿਲੋ ਘਿਓ ਭੇਜ ਦਿੰਨੀ ਆ। ਬੱਚੇ ਦੇ ਹੱਥ ਆਪਣਾ ਉਹਨੇ ਨੌਕਰ ਭੇਜਿਆ, ਕਹਿੰਦਾ ਜਾ ਵੀ ਕਿਲੋ ਘਿਓ ਲੈ ਆ। ਹੁਣ ਉਸ ਬੀਬੀ ਨੇ ਕਿਲੋ ਘਿਓ ਦੇ ਦਿੱਤਾ, ਦੁਕਾਨਦਾਰ ਨੇ ਤੋਲਿਆ ਤੇ ਉਹ ਘਿਓ ਜਿਹੜਾ ਸੀ ਉਹ 900 ਗ੍ਰਾਮ ਨਿਕਲਿਆ, 100 ਗ੍ਰਾਮ ਘੱਟ। ਦੁਕਾਨਦਾਰ ਕਲਪਿਆ ਵੀ ਬੇਈਮਾਨ ਲੋਕ, ਕਿੰਨੇ ਠੱਗ ਲੋਕ ਨੇ, ਕਿਲੋ ਦੇ ਪੈਸੇ ਲੈ ਕੇ ਘਿਓ 900 ਗ੍ਰਾਮ ਦੇ ਰਹੀ ਹੈ। ਉਹ ਬੜਾ ਤਪਿਆ ਹੋਇਆ ਉਸ ਬੀਬੀ ਦੇ ਘਰ ਵਿੱਚ ਗਿਆ, ਕਹਿਣ ਲੱਗਾ ਬੀਬੀ ਜਦੋਂ ਤੂੰ ਪੈਸੇ ਪੂਰੇ ਲੈਣੇ, ਇੰਨੀ ਬੇਈਮਾਨੀ ਕਰਨਾ, ਦੂਜੇ ਦਾ ਹੱਕ ਖਾਣਾ, ਇਹ ਕਿੰਨਾ ਗਲਤ ਕੰਮ ਹੈ ਕਿ ਤੂੰ ਘਿਓ 900 ਗ੍ਰਾਮ ਦਿੱਤਾ ਹੈ। ਉਹ ਕਹਿਣ ਲੱਗੀ ਨਹੀਂ, ਮੈਂ ਤੇ ਕਿਲੋ ਦਿੱਤਾ। ਉਹ ਕਿਲੋ ਦਾ ਵੱਟਾ, ਕਹਿਣ ਲੱਗੀ ਮੈਂ ਨਾ ਜਿਹੜੀ ਕਿਲੋ ਖੰਡ ਲੈ ਕੇ ਆਈ ਸਾਂ ਤੇਰੇ ਕੋਲੋਂ ਦੁਕਾਨ ਤੋਂ, ਕਿਲੋ ਲਿਆਈ ਸਾਂ ਨਾ। ਕਹਿੰਦਾ ਹਾਂ। ਕਹਿੰਦੀ ਮੈਂ ਉਹਦੇ ਨਾਲ ਹੀ ਤੋਲ ਕੇ ਦਿੱਤਾ ਹੈ, ਦੇਖ ਹਾਲੇ ਮੇਰੇ ਕੋਲ ਖੰਡ ਪਈ, ਮੈਂ ਉਹਦੇ ਨਾਲ ਤੋਲ ਕੇ ਦਿੱਤਾ ਹੈ। ਹੁਣ ਆਪ 900 ਗ੍ਰਾਮ ਖੰਡ ਦੇ ਰਿਹਾ ਹੈ ਨਾ, ਤੇ ਗਲਤ ਉਸ ਨੂੰ ਕਿਹਾ ਜਾ ਰਿਹਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਸ ਦੁਨੀਆ ਦੇ ਵਿੱਚ ਹੁੰਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਵੀ ਜੇ ਚੱਕੜੀ ਦੇ ਦੂਜੇ ਛਾਬੇ ਵਿੱਚ ਜਿੰਦ ਰੱਖੀਏ, ਇੱਕ ਪਾਸੇ ਰੱਬ ਦੇ ਗੁਣ ਰੱਖੀਏ, ਤਾਂ ਜਿਹੜਾ ਹੈ ਇਹ ਸਾਵੇਂ ਤੋਲ ਉਤਰਦੇ ਨੇ। ਕਿ ਹੇ ਨਾਨਕ, ਜੇ ਤਕੜੀ ਦੇ ਦੂਜੇ ਛਾਬੇ ਵਿੱਚ ਜਿੰਦ ਰੱਖ ਦਈਏ ਤਾਂ ਤੋਲ ਪੂਰਾ ਉਤਰਦਾ, ਤਾਂ ਅਸੀਂ ਰੱਬ ਦੇ ਦਰ ਤੇ ਪ੍ਰਵਾਨ ਹੁੰਨੇ ਆ। ਹੁਣ ਜਿੰਦ ਰੱਖਣ ਦਾ ਮਤਲਬ ਜੇ ਆਪਾ ਭਾਵ ਵਾਰ ਦਈਏ, ਜੇ ਆਪਣੀ ਈਗੋ ਨੂੰ ਖਤਮ ਕਰ ਦਈਏ, ਇਹ ਹੈ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨ ਹੋਣਾ। ਯਾਨੀ ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਆਪਣਾ ਆਪਾ ਵਾਰਨਾ ਪੈਂਦਾ। ਇਹਦਾ ਪੰਕਤੀ ਦਾ ਭਾਵ ਇਹ ਹੋਏਗਾ ਕਿ ਬਾਕੀ ਹੋਰ ਕਰਮ ਕਾਂਡਾਂ ਦੇ ਨਾਲ ਨਹੀਂ ਤੁਲ ਸਕਦਾ। ਜੇ ਬਾਕੀ ਕਰਮ ਕਾਂਡਾਂ ਦੇ ਨਾਲ ਤੁਲਣਾ ਚਾਹੋ ਕਿ ਵਰਤ ਰੱਖ ਕੇ, ਨਰਾਤੇ ਰੱਖ ਕੇ, ਸਰਾਧ ਕਰਕੇ, ਪੂਜਾ ਅਰਚਨਾ ਕਰਕੇ, ਜਪ ਤਪ ਸੰਜਮ ਕਰਕੇ ਇਹ ਤੋਲ ਇੱਕ ਪਾਸੇ ਰੱਖੋ ਤੇ ਦੂਜੇ ਪਾਸੇ ਪ੍ਰਭੂ ਦੇ ਗੁਣ ਰੱਖੋ, ਰੱਬ ਦੀ ਪ੍ਰਾਪਤੀ, ਤਾਂ ਐਵੇਂ ਨਹੀਂ। ਆਪਣਾ ਆਪਾ ਵਾਰਨਾ ਪੈਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਤਾਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ, ਇੱਕ ਹੀ ਤੋਲ ਹੈ, ਹੋਰ ਵੱਖਰੇ ਵੱਖਰੇ ਤੋਲ ਨਹੀਂ ਹਨ। ਤੇ ਉਹ ਤੋਲ ਹੈ ਆਪਣਾ ਆਪਾ ਵਾਰਨਾ। ਇਕਸ ਨਾ ਪੁੱਜੈ ਬੋਲ, ਜੇ ਪੂਰੇ ਪੂਰਾ ਕਰ ਮਿਲੇ। ਬੋਲ ਦਾ ਮਤਲਬ ਬਚਨ, ਪ੍ਰਭੂ ਦੀ ਸਿਫਤ ਸਲਾਹ ਦਾ ਬਚਨ। ਇਕਸ ਬੋਲ ਨਾ ਪੁੱਜੇ ਦਾ ਮਤਲਬ ਸਿਫਤ ਸਲਾਹ ਦੇ ਇੱਕ ਬਚਨ ਦੇ ਨਾਲ ਵੀ ਸਾਵੇਂ ਨਹੀਂ ਹੋ ਸਕਦੇ। ਪੂਰੇ ਦਾ ਮਤਲਬ ਪੂਰਨ ਪ੍ਰਭੂ ਨੂੰ, ਪੂਰਾ ਕਰ ਦਾ ਮਤਲਬ ਤੋਲ ਸਾਵਾਂ ਕਰਕੇ। ਜੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਦੇ ਨਾਲ ਆਪਣੇ ਆਪ ਨੂੰ ਸਾਵਾਂ ਕਰ ਲਵੇ, ਤਾਂ ਉਸ ਮਨੁੱਖ ਦੇ ਇੱਕ ਬੋਲ ਦੇ ਬਰਾਬਰ ਵੀ ਸਾਰੇ ਕਰਮ ਕਾਂਡ ਪੂਰਾ ਨਹੀਂ ਉਤਰਦੇ। ਇੱਕ ਪਾਸੇ ਰੱਬ ਦੀ ਸਿਫਤ ਸਲਾਹ ਦਾ ਬੋਲ, ਜਿਨੇ ਆਪਣਾ ਆਪਾ ਵਾਰਿਆ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜੋ ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੈ, ਇੱਕ ਪਾਸੇ ਤੇ ਉਹ ਬੰਦਾ ਹੈ, ਉਸ ਬੰਦੇ ਦੇ ਬੋਲ ਨੇ। ਤੇ ਦੂਜੇ ਪਾਸੇ ਉਹ ਬੰਦਾ ਹੈ ਜਿਸਨੇ ਰੱਬੀ ਰਜ਼ਾ ਨੂੰ ਤੇ ਫੋਲੋ ਨਹੀਂ ਕੀਤਾ,
ਗੁਣਾਂ ਦਾ ਧਾਰਨੀ ਤੇ ਨਹੀਂ ਹੈ, ਪਰ ਪੁੰਨ ਦਾਨ ਬੜੇ ਕਰਦਾ ਹੈ, ਨਰਾਤੇ ਬੜੇ ਰੱਖਦਾ ਹੈ, ਸਰਾਧ ਬੜੇ ਕਰਦਾ ਹੈ, ਜੰਗਲਾਂ ਵਿੱਚ ਵਿਚਰਦਾ ਹੈ, ਪੁੱਠੇ ਸਿੱਧੇ ਸਾਹ ਲੈਂਦਾ ਹੈ, ਸਮਾਧੀਆਂ ਲਾਉਂਦਾ ਹੈ, ਮਾਲਾਵਾਂ ਫੇਰਦਾ ਹੈ, ਪਹਾੜਾਂ ਤੇ ਚੜ੍ਹਦਾ ਹੈ, ਹੋਰ ਕਰਮ ਬੜੇ ਕਰਦਾ ਹੈ, ਧੂਫਾਂ ਬੜੀਆਂ ਦਿਖਾਉਂਦਾ ਹੈ। ਤਾਂ ਉਹ ਸਾਰੇ ਕਰਮ ਕਾਂਡ ਜਿੰਨੇ ਵੀ ਇਸ ਦੁਨੀਆ ਦੇ ਕਰਮ ਕਾਂਡ ਨੇ, ਰੱਬ ਦੇ ਪਿਆਰੇ ਦੇ ਇੱਕ ਬੋਲ ਦੇ ਬਰਾਬਰ ਨਹੀਂ ਹਨ। ਹੁਣ ਇੱਕ ਬੰਦਾ ਸੱਚ ਬੋਲ ਰਿਹਾ ਹੈ, ਮਨ ਵਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਤਾਂ ਸੱਚ ਦਾ ਮੁਕਾਬਲਾ ਕੀ ਕਰੇਗਾ ਕਰਮ ਕਾਂਡ? ਅਵਰਤਨ ਰਾਤੇ ਸਰਾਧ ਸੱਚ ਦਾ ਮੁਕਾਬਲਾ ਕਰਨਗੇ। ਇਸ ਲਈ ਰੱਬ ਦੀ ਸਿਫਤ ਸਲਾਹ ਦੇ ਇੱਕ ਇੱਕ ਬੋਲ ਦੇ ਬਰਾਬਰ ਇਹ ਕਰਮ ਕਾਂਡ ਕੁਛ ਨਹੀਂ ਹਨ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਵੱਡਾ ਆਖਣ ਭਾਰਾ ਤੋਲ। ਵੱਡਾ ਆਖਣ ਦਾ ਮਤਲਬ ਪ੍ਰਭੂ ਪਰਮਾਤਮਾ ਨੂੰ ਵੱਡਾ ਆਖਣਾ, ਯਾਨੀ ਸਿਫਤ ਸਲਾਹ ਕਰਨੀ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਇੱਕ ਬਹੁਤ ਵੱਡਾ ਭਾਰਾ ਤੋਲ। ਭਾਰਾ ਦਾ ਮਤਲਬ ਵਜ਼ਨਦਾਰ ਹੈ। ਇਹ ਬੜਾ ਵਜ਼ਨਦਾਰ ਹੈ, ਜਿਸ ਦੇ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਦੇ ਨਾਲ ਸਾਵਾਂ ਹੋ ਜਾਂਦਾ ਹੈ। ਯਾਨੀ ਜੋ ਭਾਰਾ ਤੋਲ ਹੈ ਉਹ ਕੀ ਹੈ? ਪ੍ਰਭੂ ਦੀ ਸਿਫਤ ਸਲਾਹ ਕਰਨੀ। ਤੇ ਹੁਣ ਜੇ ਏਡਾ ਵੱਡਾ ਭਾਰਾ ਹੈ ਕਿ ਜੇ ਇਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਾਵਾਂ ਕਰਨਾ ਹੈ, ਤਾਂ ਏਡਾ ਭਾਰਾ ਤੋਲ ਵਰਤਨ ਰਾਤੇ ਸਰਾਧ ਤੇ ਹੌਲੇ ਹੌਲੇ ਬੋਲ ਨੇ, ਇਹਨਾਂ ਨਾਲ ਤੇ ਪੂਰਾ ਉਤਰਿਆ ਨਹੀਂ ਜਾਣਾ। ਤਾਂ ਜਿਹੜੀ ਚੀਜ਼ ਦੇ ਨਾਲ ਤੋਲਿਆ ਜਾ ਰਿਹਾ ਹੈ, ਫਿਰ ਸਾਨੂੰ ਵੀ ਪ੍ਰਭੂ ਦੀ ਸਿਫਤ ਸਲਾਹ ਹੀ ਕਰਨੀ ਪਵੇਗੀ। ਰੱਬੀ ਸਿਫਤ ਸਲਾਹ ਕਰਕੇ ਹੀ ਅਸੀਂ ਆਪਣੇ ਜੀਵਨ ਨੂੰ ਸਾਵਾਂ ਕਰ ਸਕਦੇ ਹਾਂ, ਕਰਮ ਕਾਂਡਾਂ ਨਾਲ ਨਹੀਂ, ਵਿਖਾਵੇ ਨਾਲ ਨਹੀਂ। ਤਾਂ ਪ੍ਰਭੂ ਦੀ ਸਿਫਤ ਸਲਾਹ ਵਜ਼ਨਦਾਰ ਹੈ, ਬਹੁਤ ਭਾਰਾ ਬੋਲ ਹੈ, ਮਹਾਨ ਬੋਲ ਨੇ, ਮਹਾਨ ਤੋਲ ਹੈ। ਹੋਰ ਹੌਲੀ ਮੱਤੀ ਹੌਲੇ ਬੋਲ। ਹੌਲੀ ਮੱਤੀ ਦਾ ਮਤਲਬ ਹੌਲੀ ਮੱਤ, ਹੂਛੀ ਮੱਤ। ਹੌਲੇ ਬੋਲ ਦਾ ਮਤਲਬ ਬੋਲ ਬੁਲਾਰਾ ਜੋ ਵੀ ਅਸੀਂ ਕਰਦੇ ਹਾਂ। ਹੋਰ ਮੱਤਾਂ ਹੌਲੀਆਂ ਨੇ ਔਰ ਬੋਲ ਵੀ ਹੌਲੇ ਨੇ। ਜੇ ਕੋਈ ਬੰਦਾ ਇਹ ਕਹੇ ਕਿ ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਬਰਾਬਰ ਹੀ ਤੁਹਾਨੂੰ ਇਹ ਫਲ ਮਿਲ ਜਾਏਗਾ ਕਿ ਤੁਸੀਂ 4 ਨਰਾਤੇ ਰੱਖ ਲਓ, ਜਾਂ ਸਰਾਧ ਕਰ ਲਓ, ਜਾਂ ਵਰਤ ਰੱਖ ਲਓ, ਜਾਂ ਸਮਾਧੀਆਂ ਲਾ ਲਓ, ਜਾਂ ਤੁਸੀਂ ਪਾਣੀ ਦੇ ਵਿੱਚ ਖਲੋ ਕੇ ਤਪ ਕਰ ਲਓ, ਜਾਂ ਕੁਛ, ਤਾਂ ਕਿ ਇਹ ਬੋਲ ਪੂਰੇ ਉਤਰਦੇ ਨੇ? ਇਹ ਬੋਲ ਹੌਲੇ ਨੇ। ਔਰ ਇਹੋ ਜੀ ਮੱਤ, ਇਹੋ ਜਿਹਾ ਗਿਆਨ ਹੌਲੇ ਕਿਸਮ ਦਾ ਹੈ। ਰੱਬੀ ਸਿਫਤ ਸਲਾਹ ਤੋਂ ਬਿਨਾ ਜਿਹੜਾ ਕੋਈ ਮੱਤ ਦਿੰਦਾ ਨਾ, ਰੱਬੀ ਸਿਫਤ ਸਲਾਹ ਤੋਂ ਬਿਨਾ ਹੋਰ ਕੰਮਾਂ ਦੀ, ਉਹ ਮੱਤ ਵੀ ਹੌਲੀ ਹੈ ਔਰ ਉਹ ਬੋਲ ਵੀ ਹੌਲੇ ਨੇ। ਸਿਫਤ ਸਲਾਹ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ, ਸੱਚ ਤੋਂ ਬਿਨਾ। ਧਰਤੀ ਪਾਣੀ ਪਰਬਤ ਭਾਰ। ਹੁਣ ਗੁਰੂ ਜੀ ਸਾਨੂੰ ਇੱਕ ਬੜੀ ਮਿਸਾਲ ਦੇ ਕੇ ਸਮਝਾ ਰਹੇ ਨੇ ਕਿ ਧਰਤੀ ਹੈ, ਪਾਣੀ ਹੈ, ਪਰਬਤ ਹੈ, ਔਰ ਕਿੱਡੇ ਭਾਰੇ ਭਾਰੇ ਨੇ। ਹੁਣ ਇਹ ਧਰਤੀ ਨੂੰ ਕੋਈ ਤੋਲ ਸਕਦਾ ਹੈ? ਜਾਂ ਪਰਬਤ ਜਿਹੜਾ ਹੈ, ਪਹਾੜ ਨੇ ਜੋ ਇਸ ਉੱਤੇ, ਜੇ ਕੋਈ ਸੁਨਿਆਰਾ ਇੱਕ ਪਹਾੜ ਨੂੰ ਤੋਲਣਾ ਚਾਹੇ ਆਪਣੇ ਕੰਡੇ ਨਾਲ, ਤਾਂ ਤੋਲ ਲਏਗਾ। ਤਾਂ ਗੁਰੂ ਜੀ ਕਹਿੰਦੇ ਨੇ ਧਰਤੀ, ਪਾਣੀ, ਪਰਬਤ ਆਦਿਕ ਦੇ ਜਿਹੜੇ ਭਾਰ ਨੇ, ਕਿਉਂ ਕੰਡੇ ਤੋਲੇ ਸੁਨਿਆਰ। ਕੰਡੇ ਦਾ ਮਤਲਬ ਕੰਡੇ ਉੱਤੇ। ਭਲਾ ਕੋਈ ਸੁਨਿਆਰਾ ਛੋਟੇ ਜਿਹੇ ਤਰਾਜੂ ਦੇ ਵਿੱਚ ਕਿਵੇਂ ਤੋਲ ਸਕਦਾ ਹੈ? ਕੀ ਕੋਈ ਸੁਨਿਆਰੇ ਵਾਲੀ ਤੱਕੜੀ ਤੇ ਧਰਤੀ ਨੂੰ ਤੋਲ ਸਕਦਾ ਹੈ? ਵੀ ਚਲੋ ਇਕੱਠੀ ਨਹੀਂ ਤੋਲੀ ਜਾਂਦੀ, ਥੋੜੀ ਥੋੜੀ ਕਰਕੇ ਤੋਲੀ ਜਾਂਦੇ ਆ, ਤਾਂ ਕੀ ਥੋੜੀ ਥੋੜੀ ਇੰਨੀ ਕਰਕੇ ਤੋਲ ਲਏਗਾ? ਜਾਂ ਪਹਾੜਾਂ ਨੂੰ ਤੋਲ ਲਏਗਾ? ਨਹੀਂ ਤੋਲਿਆ ਜਾ ਸਕਦਾ। ਤੋਲਾ ਮਾਸਾ ਰਤਕ ਪਾਏ। ਰਤਕ ਦਾ ਮਤਲਬ ਰੱਤੀ। ਤੋਲੇ, ਮਾਸੇ ਔਰ ਰਤਕਾਂ ਇੱਕ ਛਾਬੇ ਵਿੱਚ ਤੇ ਇਹ ਰੱਖੇ ਜਾਣ, ਤੇ ਦੂਜੇ ਪਾਸੇ ਦੇ ਵਿੱਚ ਧਰਤੀ ਤੇ ਪਰਬਤ ਆਦਿ ਕੇ ਭਾਰ ਰੱਖੇ ਜਾਣ, ਕਿ ਤੋਲਿਆਂ, ਮਾਸਿਆਂ ਔਰ ਰੱਤੀਆਂ ਦੇ ਨਾਲ ਇਹ ਧਰਤੀ ਤੋਲੀ ਜਾ ਸਕਦੀ ਹੈ? ਕਿਉਂ ਜੀ, ਨਹੀਂ ਨਾ। ਇਸੇ ਤਰ੍ਹਾਂ ਰੱਬ ਦੀ ਸਿਫਤ ਸਲਾਹ, ਰੱਬੀ ਗੁਣਾਂ ਨੂੰ ਗਾਣਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ, ਰੱਬੀ ਰਜ਼ਾ ਵਿੱਚ ਤੁਰਨਾ, ਇਹ ਧਰਤੀ ਔਰ ਪਰਬਤਾਂ ਦੀ ਤਰ੍ਹਾਂ ਭਾਰੇ ਨੇ। ਤੇ ਜਿਹੜੇ ਕਰਮ ਕਾਂਡ ਰਹਿਣਾ, ਵਰਤਨ ਰਾਤੇ ਸਰਾਧ ਤੇ ਮਾਲਾਵਾਂ ਫੇਰਨੀਆਂ ਔਰ ਤਿਆਗ ਕਰਨਾ, ਇਹ ਸਾਰੇ ਤੋਲੇ, ਮਾਸੇ ਔਰ ਰੱਤੀਆਂ ਨੇ। ਇਹਨਾਂ ਦੇ ਨਾਲ ਕਦੇ ਵੀ ਨਹੀਂ ਤੋਲੇ ਜਾ ਸਕਦੇ। ਇਹਨਾਂ ਦੀ ਬਰਾਬਰੀ ਕਿਵੇਂ ਕਰ ਲੈਣਗੇ? ਨਾਨਕ ਪੁੱਛਿਆ ਦੇ ਪੁਜਾਏ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਪਰ ਜਿਹੜਾ ਪੁਜਾਰੀ ਵਰਗ ਹੈ, ਕਰਮ ਕਾਂਡ
ਜਿਹੜੇ ਕਰਨ ਵਾਲੇ ਨੇ, ਦੇ ਪੁਜਾਏ ਦਾ ਮਤਲਬ ਪੂਰਾ ਕਰ ਦਿੰਦਾ, ਘਰ ਪੂਰਾ ਕਰ ਦਿੰਦਾ। ਪਰ ਹੇ ਨਾਨਕ, ਜੇ ਸੁਨਿਆਰੇ ਨੂੰ ਪੁੱਛੀਏ ਤਾਂ ਉਹ ਗੱਲੀ ਬਾਤੀ ਘਰ ਪੂਰਾ ਕਰ ਦਿੰਦਾ। ਸੁਨਿਆਰੇ ਦਾ ਮਤਲਬ ਜਿਹੜੇ ਆ ਕਰਮ ਕਾਂਡ ਦੱਸਣ ਵਾਲੇ ਨੇ, ਜਿਹੜੇ ਕਰਮ ਕਾਂਡਾਂ ਦੀ ਸਿੱਖਿਆ ਦੇ ਰਹੇ ਨੇ ਕਿ ਤੁਸੀਂ ਦਸਮ ਦੁਆਰ ਵਿੱਚ ਪ੍ਰਾਣ ਚੜਾ ਲਓ, ਤੁਸੀਂ ਪਾਣੀ ਵਿੱਚ ਖਲੋ ਜਾਓ, ਜਲ ਧਾਰਾ ਕਰ ਲਓ, ਪੁੱਠੇ ਸਿੱਧੇ ਸਾਹ ਲੈ ਲਓ, ਤਿਆਗ ਕਰ ਲਓ, ਵਰਤਨ ਰਾਤੇ ਰੱਖ ਲਓ, ਜਪ ਤਪ ਸੰਜਮ ਕਰ ਲਓ, ਔਰ ਇਹਨਾਂ ਦੇ ਨਾਲ ਤੁਸੀਂ ਰੱਬ ਨੂੰ ਮਿਲ ਜਾਓਗੇ। ਹਾਲਾਂਕਿ ਗੁਰੂ ਜੀ ਕਹਿ ਰਹੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ ਕਰਨੀ ਧਰਤੀ ਦੀ ਤਰ੍ਹਾਂ ਹੈ, ਤੇ ਇਹ ਜਿਹੜੇ ਕਰਮ ਕਾਂਡ ਨੇ ਇਹ ਤੋਲੇ ਮਾਸੇ ਔਰ ਰਤੀਆਂ ਦੀ ਤਰ੍ਹਾਂ ਨੇ, ਕਦੀ ਵੀ ਇਹ ਬਰਾਬਰੀ ਨਹੀਂ ਕਰ ਸਕਦੇ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਕਰਮ ਕਾਂਡੀ ਨੇ ਉਹ ਗੱਲੀ ਬਾਤੀ ਘਰ ਪੂਰਾ ਕਰ ਦਿੰਦੇ ਨੇ, ਉਹ ਗੱਲੀ ਬਾਤੀ ਤੁਹਾਨੂੰ ਸੱਚ ਵਿਖਾ ਦਿੰਦੇ ਨੇ। ਤੇ ਕਿੰਨੇ ਲੋਕ ਇਹਨਾਂ ਤੋਲਿਆਂ ਮਾਸਿਆਂ ਔਰ ਰਤਕਾਂ ਦੇ ਨਾਲ ਰੱਬ ਨੂੰ, ਰੱਬੀ ਗੁਣਾਂ ਨੂੰ ਔਰ ਰੱਬੀ ਰਜਾ ਨੂੰ ਤੋਲਣ ਦਾ ਯਤਨ ਕਰਦੇ ਨੇ, ਨਿਰਰਥਕ ਯਤਨ। ਮੂਰਖ ਅੰਧਿਆਂ ਅੰਧੀ ਧਾਤ, ਧਾਤ ਦਾ ਮਤਲਬ ਦੌੜ ਭੱਜ, ਅੰਧੀ ਧਾਤ ਦਾ ਮਤਲਬ ਅੰਨਿਆਂ ਵਾਲੀ ਦੌੜ ਭੱਜ। ਮੂਰਖ ਅੰਧਿਆ ਦਾ ਮਤਲਬ ਅੰਨੇ ਮੂਰਖ ਲੋਕ ਪ੍ਰਭੂ ਦੀ ਸਿਫਤ ਸਲਾਹ ਛੱਡ ਕੇ ਅੰਨਿਆਂ ਵਾਲੀ ਦੌੜ ਭੱਜ ਕਰੀ ਜਾ ਰਹੇ ਨੇ, ਠੇਡੇ ਖਾ ਰਹੇ ਨੇ। ਪ੍ਰਭੂ ਦੀ ਸਿਫਤ ਸਲਾਹ ਨੂੰ ਛੱਡ ਕੇ ਮੂਰਖ ਲੋਕ ਅੰਨਿਆਂ ਵਾਲੀ ਦੌੜ ਭੱਜ ਵਿੱਚ ਪਏ ਨੇ, ਯਾਨੀ ਤੋਲਿਆਂ ਮਾਸਿਆਂ ਦੇ ਨਾਲ ਧਰਤੀ ਔਰ ਪਹਾੜਾਂ ਨੂੰ ਤੋਲਣ ਦਾ ਯਤਨ ਕਰ ਰਹੇ ਨੇ। ਆ ਜਿੰਨੇ ਵੀ ਕਰਮ ਕਾਂਡ ਨੇ ਇਹ ਅੰਨਿਆਂ ਵਾਲੀ ਦੌੜ ਭੱਜ ਹੈ, ਔਰ ਮੂਰਖ ਲੋਕ ਇਸ ਦੌੜ ਭੱਜ ਦੇ ਵਿੱਚ ਪਏ ਹੋਏ ਨੇ। ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ, ਤਿਹ ਚੜ ਰਹੇ ਹੋ ਕਬੀਰ। ਕਰਮ ਕਾਂਡ ਕਰਨ ਵਾਲੇ ਕਿੰਨੇ ਲੋਕ ਨੇ, ਲੱਖਾਂ ਦੀ ਗਿਣਤੀ ਵਿੱਚ, ਲੇਕਿਨ ਮਨ ਵਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਕਿੰਨੇ ਕੁ ਲੋਕ ਨੇ। ਚੰਦ ਲੋਕ ਨੇ ਜੋ ਮਨ ਵਚਨ ਕਰਮ ਕਰਕੇ ਸਚਿਆਰ ਹੋਣ ਦਾ ਯਤਨ ਕਰ ਰਹੇ ਨੇ। ਅੰਨਿਆਂ ਵਾਲੀ ਦੌੜ ਭੱਜ ਦੇ ਵਿੱਚ ਜ਼ਿਆਦਾ ਲੋਕ ਹੈ। ਕਹਿ ਕਹਿਣ ਕਹਾਇਨ ਆਪ, ਕਹਾਇਨ ਆਪ ਦਾ ਮਤਲਬ ਅਖਵਾਉਂਦੇ ਨੇ, ਆਪ ਦਾ ਮਤਲਬ ਆਪਣੇ ਆਪ ਨੂੰ, ਕਹਿ ਕਹਿਣ ਦਾ ਮਤਲਬ ਆਖ ਕੇ ਆਖਣਾ, ਮੁੜ ਕੇ ਆਖਣਾ। ਕਹਾਇਨ ਆਪ ਦਾ ਮਤਲਬ ਆਪਣੇ ਆਪੇ ਨੂੰ ਪ੍ਰਗਟ ਕਰਨਾ, ਆਖ ਕੇ ਆਪਣਾ ਆਪਾ ਜ਼ਾਹਰ ਕਰਦੇ, ਆਪਣੇ ਆਪ ਨੂੰ ਵੱਡਾ ਅਖਵਾਣਾ ਔਰ ਮੁੜ ਕੇ ਆਪਣੇ ਆਪ ਨੂੰ ਚੰਗਾ ਆਖਣਾ। ਇਹ ਅੰਨਿਆਂ ਵਾਲੀ ਦੌੜ ਭੱਜ, ਅੰਨਿਆਂ ਵਾਲੀ ਦੌੜ ਭੱਜ। ਜਿੰਨੇ ਵੀ ਕਰਮ ਕਾਂਡੀ ਨੇ ਕਹਿ ਕੇ ਫਿਰ ਉਹਨਾਂ ਕਰਮ ਕਾਂਡਾਂ ਨੂੰ ਚੰਗਾ ਕਹਿ ਰਹੇ ਨੇ, ਔਰ ਇਹ ਕਰਮ ਕਾਂਡ ਕਰ ਕਰਕੇ ਆਪਣੇ ਆਪ ਨੂੰ ਚੰਗਾ ਕਹਿ ਰਹੇ ਨੇ, ਆਪਣੇ ਆਪ ਨੂੰ ਚੰਗਾ ਕਹਿਣ ਵਾਲੀ ਦੌੜ ਵਿੱਚ ਸ਼ਾਮਲ ਹੋਏ ਪਏ ਨੇ। ਕਿੰਨੇ ਸਾਰੇ ਲੋਕ ਸਾਨੂੰ ਤੁਹਾਨੂੰ ਮਿਲ ਜਾਂਦੇ ਨੇ ਐਸੇ, ਕਈ ਵਾਰ ਅਸੀਂ ਆਪ ਵੀ ਇਸ ਦੌੜ ਵਿੱਚ ਸ਼ਾਮਲ ਹੋਏ ਹੁੰਦੇ ਆ। ਮੈਂ ਤੇ ਜੀ ਸਵੇਰੇ 2:30 ਵਜੇ ਉੱਠ ਜਾਂਦਾ, ਸਵੇਰੇ ਉੱਠ ਕੇ ਜੀ ਆਪਾਂ ਤੇ ਸਮਾਧੀ ਲਾ ਲੈਂਦੇ ਆ। ਅਸੀਂ ਤੇ ਜੀ ਕਦੀ ਮਾੜਾ ਕੰਮ ਕੀਤਾ ਨਹੀਂ, ਅਸੀਂ ਤੇ ਚੰਗੇ ਹੀ ਕੰਮ ਕਰਦੇ ਆ, ਅਸੀਂ ਤੇ ਭਲਾ ਹੀ ਕਰਦੇ ਆ। ਆਪਣਾ ਤੇ ਜੀ ਸੁਭਾਅ ਹੈ, ਸੱਚ ਬੋਲੀਦਾ, ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਅਸੀਂ ਤੇ ਲੋਕਾਂ ਦਾ ਭਲਾ ਹੀ ਕਰਨੇ ਆ, ਅਸੀਂ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ। ਹਰ ਬੰਦਾ ਕਹਿ ਰਿਹਾ ਨਾ, 99% ਲੋਕ ਕਹਿ ਰਹੇ ਨੇ। ਬੰਦਾ ਪੁੱਛੇ ਵੀ ਜਿਵੇਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਸਾਰੇ ਕਿ ਮੈਂ ਤੇ ਭਲਾ ਹਾਂ, ਮੈਂ ਤੇ ਚੰਗਾ ਹਾਂ, ਤਾਂ ਇਹਦਾ ਮਤਲਬ ਤੇ ਸਾਰੀ ਦੁਨੀਆ ਹੀ ਚੰਗੀ ਹੈ। ਮਾੜਾ ਤੇ ਫਿਰ ਰੱਬ ਹੀ ਹੋਇਆ, ਦਾ ਮਤਲਬ ਸ਼ਰਾਬ ਦੇ ਠੇਕੇ ਤੇ ਰੱਬ ਹੀ ਖੋਲੀ ਬੈਠਾ ਹੈ, ਗੁਰਦੁਆਰਿਆਂ 'ਚ ਜੁੱਤੀਆਂ ਫਿਰ ਤੇ ਰੱਬ ਹੀ ਚੁੱਕਦਾ ਫਿਰਦਾ, ਮੰਦਰਾਂ ਮਸੀਤਾਂ ਗੁਰਦੁਆਰਿਆਂ ਦੀ ਲੜਾਈ ਤੇ ਫਿਰ ਰੱਬ ਹੀ ਕਰ ਰਿਹਾ ਹੈ, ਚੋਰੀਆਂ ਫਿਰ ਰੱਬ ਹੀ ਕਰ ਰਿਹਾ, ਕਿਉਂਕਿ ਅਸੀਂ ਤੇ ਸਾਰੇ ਚੰਗੇ ਆ। ਤਾਂ ਲੋਕ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਵੱਡਾ ਅਖਵਾਣਾ ਤੇ ਮੁੜ ਆਪਣੇ ਆਪ ਨੂੰ ਚੰਗਾ ਆਖਣਾ ਔਰ ਇਹਨਾਂ ਕਰਮ ਕਾਂਡਾਂ ਦੀ ਪ੍ਰੋੜਤਾ ਕਰਨੀ, ਇਹ ਅੰਨਿਆਂ ਵਾਲੀ ਦੌੜ ਹੈ ਜਿਹਦੇ ਅੰਦਰ ਬੰਦਾ ਆਮ ਸ਼ਾਮਲ ਹੋਇਆ ਪਿਆ, ਬਹੁਗਿਣਤੀ ਸ਼ਾਮਲ। ਮਹਿਲਾ ਪਹਿਲਾ, ਆਖਣ ਔਖਾ ਸੁਣਨ ਔਖਾ, ਆਖ ਨਾ ਜਾਪੀ ਆਖ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦਾ ਸਰੂਪ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਮੁੜ ਬਿਆਨ ਕਰਨ ਦੇ ਨਾਲ ਵੀ ਨਹੀਂ ਕੀਤਾ ਜਾ ਸਕਦਾ। ਆਖਣ ਔਖਾ ਕਿ ਰੱਬ ਦਾ ਸਰੂਪ ਕਿਵੇਂ ਦਾ ਹੈ। ਹੁਣ ਰੱਬ ਦੇ ਸਰੂਪ ਨੂੰ ਕਿਵੇਂ ਆਖੋਗੇ, ਕਿ ਆਖ ਸਕਦੇ ਹੋ? ਆਖ ਕੇ ਰੱਬ ਦੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੁਣਨ ਔਖਾ, ਤੇ ਸੁਣ ਕੇ ਰੱਬ ਦੇ ਸਰੂਪ ਨੂੰ ਕਿਵੇਂ ਸੁਣ ਲੋਗੇ ਕਿ ਕਿਵੇਂ ਦਾ ਹੈ।
ਆਖ ਨਾ ਜਾਪੀ ਆਖ, ਮਤਲਬ ਆਖ ਨਾ ਜਾਪੀ ਆਖ ਦਾ ਮਤਲਬ ਆਖ ਆਖ ਕੇ ਮੁੜ ਮੁੜ ਬਿਆਨ ਕਰਕੇ ਵੀ ਜਾਪੀ ਦਾ ਮਤਲਬ ਜਾਪ ਦਾ ਨਹੀਂ, ਸਮਝ ਵਿੱਚ ਨਹੀਂ ਆਉਂਦਾ। ਜਾਪ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਪਣਾ, ਜਾਣਨਾ। ਆਖ ਨਾ ਜਾਪੀ ਆਖ, ਮੁੜ ਮੁੜ ਬਿਆਨ ਕਰਕੇ ਵੀ ਸਮਝ ਵਿੱਚ ਨਹੀਂ ਆਉਂਦਾ ਰੱਬ ਦਾ ਸਰੂਪ। ਇੱਕ ਆਖ ਆਖੇ ਸ਼ਬਦ ਭਾਖੇ, ਅਰਧ ਉਰਧ ਦਿਨ ਰਾਤ। ਇੱਕ ਦਾ ਮਤਲਬ ਕਈ ਜੀਵ, ਆਖ ਆਖੇ ਦਾ ਮਤਲਬ ਆਖ ਆਖ ਕੇ ਆਖਦੇ ਨੇ, ਮੁੜ ਮੁੜ ਬਿਆਨ ਕਰਦੇ ਨੇ। ਭਾਖੇ ਦਾ ਮਤਲਬ ਉਚਾਰਦੇ ਨੇ। ਅਰਧ ਦਾ ਮਤਲਬ ਹੇਠਾਂ, ਉਰਧ ਦਾ ਮਤਲਬ ਉਤਾਂ। ਅਰਧ ਉਰਧ ਦਾ ਮਤਲਬ ਹੇਠਾਂ ਉਤਾਂ ਹੋ ਕੇ, ਪੁੱਠੇ ਸਿੱਧੇ ਹੋ ਕੇ, ਮਿਹਨਤ ਕਰਕੇ। ਕਈ ਲੋਕ ਬੜੀ ਮਿਹਨਤ ਕਰਕੇ, ਦਿਨ ਰਾਤ ਲੱਗ ਕੇ ਪ੍ਰਭੂ ਦਾ ਸਰੂਪ ਮੁੜ ਮੁੜ ਕੇ ਬਿਆਨ ਕਰਦੇ ਨੇ, ਔਰ ਰੱਬ ਦਾ ਸਰੂਪ ਦੱਸਣ ਵਾਲੇ ਬੋਲ ਬੋਲਦੇ ਨੇ ਕਿ ਰੱਬ ਐਵੇਂ ਦਾ ਹੈ, ਰੱਬ ਐਵੇਂ ਦਾ ਹੈ, ਸਰੂਪ ਦੱਸਣ ਦਾ ਯਤਨ ਕਰਦੇ। ਹੁਣ ਗੁਰੂ ਜੀ ਕਹਿੰਦੇ ਨੇ ਜੇ ਕਿਹੋ ਹੋਏ ਤਾਂ ਕਿਹੋ ਦਿਸੈ, ਜਾਪੈ ਰੂਪ ਨਾ ਜਾਤ। ਕਿਹੋ ਦਾ ਮਤਲਬ ਕੁਛ, ਕੋਈ। ਜੇ ਰੱਬ ਦਾ ਕੋਈ ਸਰੂਪ ਹੋਵੇ, ਕਿਹੋ ਦਿਸੈ ਤਾਂ ਉਹ ਦਿਸੇ। ਜੇ ਤੇ ਰੱਬ ਦਾ ਕੋਈ ਸਰੂਪ ਹੋਵੇ ਤਾਂ ਉਹ ਦਿਸੇ ਵੀ। ਹੁਣ ਲੋਕ ਕਹੀ ਜਾ ਰਹੇ ਨੇ ਕਿ ਰੱਬ ਐਵੇਂ ਦਾ, ਪਰ ਦਿਸਦਾ ਤੇ ਨਹੀਂ। ਬਿਆਨ ਕਰੀ ਜਾ ਰਹੇ ਨੇ, ਦਿਨ ਰਾਤ ਬਿਆਨ ਕਰ ਰਹੇ ਨੇ, ਪੁੱਠੇ ਸਿੱਧੇ ਹੋ ਕੇ, ਔਖੇ ਸੌਖੇ ਹੋ ਕੇ ਰਾਤ ਬਿਆਨ ਕਰ ਰਹੇ ਨੇ। ਪਰ ਗੁਰੂ ਜੀ ਕਹਿੰਦੇ ਨੇ ਜੇ ਕੋਈ ਪੰਜਾਂ ਤੱਤਾਂ ਵਾਲਾ ਸਰੂਪ ਹੋਵੇ ਤਾਂ ਦਿਸੇ, ਤਾਂ ਉਹਦੇ ਦਰਸ਼ਨ ਹੋਣ, ਜਿਨ੍ਹਾਂ ਨੂੰ ਅਸੀਂ ਦਰਸ਼ਨ ਸਮਝਦੇ ਹਾਂ। ਜਾਪੈ ਰੂਪ ਨਾ ਜਾਤ। ਜਾਪੈ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਤਾਂ ਗੁਰੂ ਜੀ ਕਹਿੰਦੇ ਨੇ ਨਾ ਤੇ ਉਹਦਾ ਕੋਈ ਰੂਪ ਜਾਪਦਾ, ਨਾ ਉਹਦੀ ਕੋਈ ਜਾਤ ਦਿਸਦੀ ਹੈ। ਹੁਣ ਰੱਬ ਦਾ ਕੋਈ ਰੂਪ ਹੋਵੇ ਤੇ ਦਿਸੇ, ਜੇ ਰੱਬ ਦੀ ਕੋਈ ਜਾਤ, ਕੋਈ ਇਹੋ ਜਿਹੀ ਸਰੀਰਕ ਹਸਤੀ ਹੋਵੇ ਤੇ ਉਹ ਦਿਸੇ, ਕੋਈ ਵਿਸ਼ੇਸ਼ ਉਹਦਾ ਕੋਈ ਸਰੀਰ ਹੋਵੇ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਬਿਆਨ ਕਰ ਕਰਕੇ, ਆਖ ਆਖ ਕੇ ਲੋਕ ਥੱਕ ਜਾਂਦੇ ਨੇ, ਬਿਆਨ ਕਰਨ ਦਾ ਯਤਨ ਕਰਦੇ ਨੇ, ਪਰ ਜੇ ਕੋਈ ਰੱਬ ਦਾ ਪੰਜ ਤੱਤੀ ਸਰੂਪ ਹੋਵੇ ਤਾਂ ਦਿਸੇ ਨਾ, ਤਾਂ ਉਹ ਸਾਨੂੰ ਨਜ਼ਰੀ ਪਵੇ। ਸਭ ਕਾਰਨ ਕਰਤਾ ਕਰੇ, ਘਟ ਔਕਟ ਘਟ ਥਾਪ। ਸਭ ਦਾ ਮਤਲਬ ਸਾਰੇ, ਔਕਟ ਦਾ ਮਤਲਬ ਔਖੇ, ਘਟ ਦਾ ਮਤਲਬ ਥਾਂ, ਥਾਪ ਦਾ ਮਤਲਬ ਬਣਾ ਕੇ। ਸਭ ਕਾਰਨ ਕਰਤਾ ਕਰੇ, ਘਟ ਔਕਟ ਘਟ ਥਾਪ। ਔਖੇ ਸੌਖੇ ਥਾਂ ਯਾਨੀ ਹਰੇਕ ਕਿਸਮ ਦੇ ਸਰੀਰ ਰਚਨਾ ਆਪ ਰੱਜ ਕੇ, ਸਾਰੇ ਸਬਬ ਪ੍ਰਭੂ ਆਪ ਬਣਾਉਂਦਾ ਹੈ। ਯਾਨੀ ਜਿੰਨੇ ਵੀ ਔਖੇ ਸੌਖੇ ਥਾਂ ਨੇ, ਦਿਸਦਾ ਜਗਤ ਹੈ, ਜਿੰਨੇ ਵੀ ਸਾਰੇ ਸਰੀਰ ਨੇ, ਇਹ ਸਾਰੇ ਪ੍ਰਭੂ ਆਪ ਬਣਾਉਂਦਾ ਹੈ। ਆਖਣ ਔਖਾ ਨਾਨਕਾ, ਆਖ ਨਾ ਜਾਪੈ ਆਖ। ਜਾਪ ਦਾ ਮਤਲਬ ਜਾਪੈ, ਆਖਣ ਔਖਾ, ਸੁਣਨ ਔਖਾ, ਆਖਣ ਔਖਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਆਖ ਨਾ ਜਾਪੈ। ਆਖ ਦਾ ਮਤਲਬ ਆਖ ਆਖ ਨਾ ਜਾਪੈ, ਭਈ ਕਹਿ ਕਹਿ ਕੇ ਉਹਦਾ ਅੰਤ ਨਹੀਂ ਪਾਇਆ ਜਾਂਦਾ। ਤਾਂ ਉਹਦਾ ਸਰੂਪ ਬਿਆਨ ਕਰਨਾ ਔਖਾ ਹੈ। ਮੁੜ ਮੁੜ ਬਿਆਨ ਕਰਨ ਦੇ ਨਾਲ ਵੀ ਸਮਝ ਨਹੀਂ ਆਉਂਦਾ। ਯਾਨੀ ਉਹਦਾ ਕੋਈ ਇਹੋ ਜਿਹਾ ਸਰੂਪ ਨਹੀਂ ਹੈ ਕਿ ਅਸੀਂ ਕਹਿ ਸਕੀਏ ਵੀ ਉਹ ਐਵੇਂ ਦਾ ਹੈ, ਕਿਉਂਕਿ ਨਿਰਾਕਾਰ ਹੈ ਨਾ। ਬਾਕੀ ਅਦਿਸਤਾ ਜਗਤ ਸਾਰਾ ਉਸੇ ਦਾ ਹੀ ਰੂਪ ਹੈ। ਤੇ ਗੁਰੂ ਜੀ ਕਹਿੰਦੇ ਨੇ ਆਖ ਆਖ ਕੇ ਉਹਦਾ ਅੰਤ ਨਹੀਂ ਪਾਇਆ ਜਾਂਦਾ। ਜਿਹਨੂੰ ਅਸੀਂ ਸਮਝੀ ਬੈਠੇ ਹਾਂ ਕਿ ਉੱਤੇ ਬੈਠਾ ਰੱਬ ਹੈ ਤੇ ਇਹਨਾਂ ਕਰਮ ਕਾਂਡਾਂ ਦੇ ਨਾਲ ਉਹ ਸਾਡੇ ਅੱਗੇ ਪ੍ਰਗਟ ਹੋਏਗਾ ਤੇ ਸਾਨੂੰ ਆਣ ਕੇ ਦਰਸ਼ਨ ਦੇਵੇਗਾ, ਜਿਵੇਂ ਅਸੀਂ ਕਹਾਣੀ ਜੋੜ ਲਈ ਕਿ ਭਗਤ ਧੰਨੇ ਦੇ ਪੱਥਰ ਚੋਂ ਨਿਕਲ ਆਇਆ। ਗੁਰੂ ਜੀ ਕਹਿੰਦੇ ਨੇ ਐਵੇਂ ਨਹੀਂ, ਮੁੜ ਬਿਆਨ ਕਰਨ ਦੇ ਨਾਲ ਵੀ ਸਰੂਪ ਸਮਝ ਨਹੀਂ ਆਉਂਦਾ, ਕਿਉਂਕਿ ਉਸ ਦਾ ਕੋਈ ਸਰੂਪ ਨਹੀਂ ਹੈ, ਰੂਪ ਰੇਖ ਰੰਗ ਤੋਂ ਵੱਖਰਾ ਹੈ, ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਆ ਸਾਰਾ ਦਿਸਦਾ ਜਗਤ ਉਸੇ ਦਾ ਹੀ ਸਰੂਪ ਹੈ। ਪੌੜੀ ਨਾਏ ਸੁਣਿਆ ਮਨ ਰਹੱਸੀਐ, ਨਾਮੇ ਸ਼ਾਂਤ ਆਈ। ਨਾਏ ਦਾ ਮਤਲਬ ਨਾਮ, ਪ੍ਰਭੂ ਦਾ ਹੁਕਮ, ਰੱਬ ਦੀ ਸਿਫਤ ਸਲਾਹ। ਰਹੱਸੀਏ ਦਾ ਮਤਲਬ ਰਹੱਸ ਪੈਦਾ ਹੁੰਦਾ ਹੈ, ਖੇੜਾ ਪੈਦਾ ਹੁੰਦਾ ਹੈ, ਖੇੜਾ ਆ ਜਾਂਦਾ ਹੈ, ਮਨ ਖਿੜ ਪੈਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਪ੍ਰਭੂ ਦੀ ਸਿਫਤ ਸਲਾਹ ਸੁਣੀ ਜਾਏ ਤਾਂ ਪ੍ਰਭੂ ਦੀ ਸਿਫਤ ਸਲਾਹ ਸੁਣਿਆ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਵਿੱਚ ਖੇੜਾ ਆਉਂਦਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਅਸੀਂ ਸੁਣਨਾ ਤਾਂ ਕੁਛ ਨਾ ਕੁਛ ਹੈ ਹੀ ਹੈ। ਜਦੋਂ ਅਸੀਂ ਨੈਗੇਟਿਵ ਬੋਲ ਸੁਣਦੇ ਹਾਂ, ਕਿਸੇ ਦੀ ਬਦਖੋਈ ਸੁਣਦੇ ਹਾਂ, ਨਕਾਰਾਤਮਕ ਬੋਲ ਸੁਣਦੇ ਹਾਂ,
ਤਾਂ ਉਹਦੇ ਨਾਲ ਮਨ ਦੇ ਅੰਦਰ ਖੁਸ਼ੀ ਪੈਦਾ ਨਹੀਂ ਹੁੰਦੀ। ਉਹਦਾ ਰੀਜ਼ਨ, ਉਹਦਾ ਅਗਲਾ ਜਿਹੜਾ ਸਟੈਪ ਹੈ ਉਹ ਬੜਾ ਖਤਰਨਾਕ ਹੈ। ਹੁਣ ਮੰਨ ਲਓ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇ, ਤੇ ਤੁਸੀਂ ਇਸ ਗੱਲ ਨੂੰ ਸੁਣ ਲਿਆ, ਆਪਣੇ ਅੰਦਰ ਵਸਾ ਲਿਆ, ਤੁਹਾਡੇ ਮਨ ਵਿੱਚ ਬਹਿ ਗਈ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ। ਜਦੋਂ ਤੁਸੀਂ ਉਹ ਕੰਮ ਕਰੋਗੇ ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਉਸ ਕੰਮ ਨੂੰ ਛੱਡ ਦੋਗੇ ਵਿੱਚ, ਤੇ ਤੁਹਾਡੇ ਅੰਦਰੋਂ ਫਿਰ ਆਵਾਜ਼ ਆ ਜਾਣੀ ਕਿ ਗੱਲ ਤੇ ਠੀਕ ਸੀ ਕਿ ਮੈਂ ਕਾਮਯਾਬ ਨਹੀਂ ਹੋ ਸਕਿਆ, ਮੈਂ ਨਹੀਂ ਹੋਇਆ। ਹੁਣ ਦੂਜਾ ਕੰਮ ਕਰੋਗੇ, ਫਿਰ ਤੁਸੀਂ ਉਹਦੇ ਨਾਲ ਜੋੜ ਲਓਗੇ ਕਿ ਮੈਂ ਯਾਰ ਇਸ ਕੰਮ ਵਿੱਚ ਵੀ ਮੈਂ ਕਾਮਯਾਬ ਨਾ ਹੋਵਾਂ, ਤੁਸੀਂ ਫਿਰ ਫੇਲ ਹੋ ਜਾਓਗੇ। ਤਾਂ ਇਹ ਕਾਰਨ ਕੀ ਬਣਿਆ? ਕਿਉਂਕਿ ਅਸੀਂ ਨੈਗੇਟਿਵ ਬੋਲ ਸੁਣਿਆ। ਦੂਜੀ ਗੱਲ, ਤੁਸੀਂ ਕਿਸੇ ਬਾਰੇ ਸੁਣ ਲਿਆ ਕਿ ਫਲਾਂ ਬੰਦਾ ਬੜਾ ਭੈੜਾ ਹੈ, ਹਾਲਾਂਕਿ ਉਹ ਭੈੜਾ ਨਹੀਂ। ਸਪੋਜ਼ ਕਿ ਉਹ ਬੰਦਾ ਚੰਗਾ ਸੀ, ਪਰ ਤੁਸੀਂ ਕਿਸੇ ਤੋਂ ਸੁਣ ਲਿਆ ਕਿ ਉਹ ਬੰਦਾ ਬਹੁਤ ਭੈੜਾ ਹੈ, ਤੇ ਤੁਸੀਂ ਇਸ ਗੱਲ ਨੂੰ ਸੁਣ ਕੇ ਮਨ ਵਿੱਚ ਵਸਾ ਲਿਆ। ਹੁਣ ਤੁਹਾਡੇ ਅੰਦਰ ਇੱਕ ਇਮੇਜ ਬਣ ਗਈ, ਤੇ ਜਦੋਂ ਉਹ ਬੰਦਾ ਮਿਲੇਗਾ ਤੁਹਾਡੇ ਅੰਦਰੋਂ ਆਵਾਜ਼ ਆਏਗੀ ਕਿ ਬੰਦਾ ਭੈੜਾ ਹੈ, ਤੁਸੀਂ ਉਹਦੇ ਨਾਲ ਵਰਤਾਵ ਭੈੜਾ ਕਰੋਗੇ, ਤੇ ਤੁਹਾਡਾ ਰਿਜ਼ਲਟ ਕੀ ਨਿਕਲੇਗਾ? ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਅਸੀਂ ਪ੍ਰਭੂ ਦੀ ਸਿਫਤ ਸਲਾਹ ਸੁਣੀਏ, ਸੱਚ ਸੁਣੀਏ, ਗੁਣਾਂ ਬਾਰੇ ਸੁਣੀਏ, ਪੋਜ਼ਿਟਿਵ ਸੁਣੀਏ, ਔਰ ਉਹਨੂੰ ਮਨ ਵਿੱਚ ਵਸਾ ਲਈਏ, ਤਾਂ ਜ਼ਿੰਦਗੀ ਅੰਦਰ ਸ਼ਾਂਤੀ ਹੋ ਸਕਦੀ ਹੈ, ਤਾਂ ਜੀਵਨ ਦੇ ਅੰਦਰ ਖੁਸ਼ੀ ਆ ਸਕਦੀ ਹੈ। ਮਨ ਖਿੜ ਪੈਂਦਾ ਹੈ ਚੰਗੀ ਗੱਲ ਸੁਣ ਕੇ, ਪੋਜ਼ਿਟਿਵ ਗੱਲ ਸੁਣ ਕੇ, ਰੱਬੀ ਹੁਕਮ ਬਾਰੇ ਸੁਣ ਕੇ। ਜੇ ਹੁਣ ਤੁਹਾਡਾ ਕੋਈ ਕੰਮ ਵਿਗੜ ਰਿਹਾ ਹੈ, ਤੇ ਤੁਹਾਨੂੰ ਕੋਈ ਬੰਦਾ ਸਲਾਹ ਦੇਵੇ ਕਿ ਤੇਰਾ ਜਿਹੜਾ ਕੰਮ ਹੈ ਨਾ, ਇਹ ਤਾਂ ਬੜਾ ਸਿੰਪਲ ਹੈ, ਇਹਨੂੰ ਜੇ ਤੂੰ ਇਸ ਢੰਗ ਦੇ ਨਾਲ ਕਰੇ ਤਾਂ ਤੇਰਾ ਇਹ ਕੰਮ ਤਾਂ ਰਾਸ ਆ ਸਕਦਾ ਹੈ ਬੜਾ ਵਧੀਆ, ਤਾਂ ਇਹ ਗੱਲ ਸੁਣਦਿਆਂ ਸਾਰ ਤੁਹਾਡੇ ਅੰਦਰ ਖੁਸ਼ੀ ਪੈਦਾ ਹੋਏਗੀ ਨਾ, ਕਿਉਂਕਿ ਤੁਹਾਡਾ ਕੰਮ ਤੁਹਾਨੂੰ ਪਤਾ ਲੱਗ ਜਾਣਾ ਕਿ ਗੱਲ ਤੇ ਯਾਰ ਬਿਲਕੁਲ ਠੀਕ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਪ੍ਰਭੂ ਦੀ ਸਿਫਤ ਸਲਾਹ ਸੁਣਿਆ, ਪ੍ਰਭੂ ਦਾ ਹੁਕਮ ਬਾਰੇ ਸੁਣਨ ਦੇ ਨਾਲ ਮਨ ਖਿੜ ਪੈਂਦਾ ਹੈ, ਮਨ ਅੰਦਰ ਸ਼ਾਂਤੀ ਆਵਸਦੀ ਹੈ। ਨਾਏ ਸੁਣੇ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਪ੍ਰਭੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ। ਰੱਬੀ ਰਜ਼ਾ ਭਾਣੇ ਬਾਰੇ ਸੁਣਨ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ। ਜਦੋਂ ਸਾਨੂੰ ਸਿਸਟਮ ਦਾ ਪਤਾ ਲੱਗਦਾ ਹੈ ਨਾ ਕਿ ਇਹ ਕੰਮ ਇਸ ਢੰਗ ਦੇ ਨਾਲ ਹੋ ਸਕਦੇ ਨੇ, ਐਵੇਂ ਸਾਡੀ ਜ਼ਿੰਦਗੀ 'ਚ ਸ਼ਾਂਤੀ ਆ ਸਕਦੀ ਹੈ, ਤਾਂ ਸਾਡਾ ਮਨ ਤ੍ਰਿਪਤ ਹੋ ਜਾਏਗਾ, ਕਿਉਂਕਿ ਗੱਲ ਸਾਡੇ ਅੰਦਰ ਬਹਿ ਜਾਏਗੀ, ਅਸੀਂ ਤੇ ਅਮਲ ਕਰਾਂਗੇ, ਸਾਰੇ ਦੁੱਖ ਗਵਾਚ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਪ੍ਰਭੂ ਦੇ ਹੁਕਮ ਨੂੰ ਸੁਣਿਆ ਜਾਏ ਔਰ ਉਹਦੇ ਵਿੱਚ ਧਿਆਨ ਲੱਗ ਜਾਏ, ਤਾਂ ਫਿਰ ਬੰਦਾ ਤ੍ਰਿਪਤ ਹੋ ਜਾਂਦਾ ਹੈ ਵਿਕਾਰਾਂ ਵੱਲੋਂ, ਪਾਪਾਂ ਵੱਲੋਂ, ਔਰ ਬੰਦਾ ਆਪਣੇ ਜੀਵਨ ਦੇ ਸਾਰੇ ਦੁੱਖ ਗਵਾ ਲੈਂਦਾ ਹੈ। ਨਾਏ ਸੁਣੈ ਨਾਉ ਉਪਜੈ, ਨਾਮੇ ਵਡਿਆਈ। ਨਾਏ ਦਾ ਮਤਲਬ ਪ੍ਰਭੂ ਦਾ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਪ੍ਰਭੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਨਾਉ ਉਪਜੇ ਦਾ ਮਤਲਬ ਅੰਦਰ ਵੀ ਰੱਬੀ ਗੁਣ ਪੈਦਾ ਹੋ ਜਾਂਦੇ ਨੇ। ਹੁਣ ਜਿਹੜਾ ਬੀਜ ਬੀਜੋਗੇ ਉਹ ਹੀ ਪੈਦਾ ਹੋਏਗਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੇ ਹਮੇਸ਼ਾ ਨਿੰਦਾ, ਚੁਗਲੀ ਔਰ ਝੂਠ ਫਰੇਬ ਸੁਣੋਗੇ, ਤਾਂ ਤੁਹਾਡੇ ਅੰਦਰੋਂ ਕਦੇ ਵੀ ਪੋਜ਼ਿਟਿਵਿਟੀ ਤਾਂ ਪੈਦਾ ਹੀ ਨਹੀਂ ਹੋਣੀ, ਕਿਉਂਕਿ ਅੰਦਰ ਗੁਣ ਗਿਆ ਹੀ ਨਹੀਂ, ਆਵਾਜ਼ ਹੀ ਨਹੀਂ ਨਾ ਗਈ। ਜਿਹੜੀ ਚੀਜ਼ ਦੀ ਆਵਾਜ਼ ਬਾਰ-ਬਾਰ ਜਾ ਰਹੀ ਹੈ ਉਹ ਹੀ ਪੈਦਾ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਪ੍ਰਭੂ ਦੀ ਸਿਫਤ ਸਲਾਹ ਸੁਣੀ ਜਾਏ ਤਾਂ ਫਿਰ ਅੰਦਰ ਸਿਫਤ ਸਲਾਹ ਵਾਲੀ ਬਿਰਤੀ ਪੈਦਾ ਹੋ ਜਾਂਦੀ ਹੈ। ਰੱਬੀ ਹੁਕਮ ਦੀ ਗੱਲ ਸੁਣੀ ਜਾਏ ਤਾਂ ਨਾਉ ਉਪਜੇ ਦਾ ਮਤਲਬ ਰੱਬ ਦੇ ਹੁਕਮ ਦੇ ਅੰਦਰ ਤੁਰਨ ਦਾ ਚਾਅ ਪੈਦਾ ਹੁੰਦਾ ਹੈ, ਉਤਸ਼ਾਹ ਪੈਦਾ ਹੁੰਦਾ ਹੈ। ਨਾਮੇ ਵਡਿਆਈ, ਤੇ ਫਿਰ ਰੱਬੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ ਵਡਿਆਈ ਮਿਲਦੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਫਿਰ ਮਾਣ ਮਿਲਦਾ ਹੈ, ਆਦਰ ਮਿਲਦਾ ਹੈ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਕਿ ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਹੀ ਸਭ ਤੋਂ ਉੱਚੀ ਜਾਤ ਹੈ, ਔਰ ਪ੍ਰਭੂ ਦੀ ਸਿਫਤ ਸਲਾਹ ਹੀ ਸਭ ਤੋਂ ਉੱਚੀ ਪਤ, ਕੁੱਲ ਹੈ ਔਰ ਇੱਜ਼ਤ ਹੈ। ਨਾਮੇ ਗਤ ਪਾਈ ਦਾ ਮਤਲਬ, ਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ, ਔਰ ਪ੍ਰਭੂ ਦੀ ਸਿਫਤ ਸਲਾਹ ਰਾਹੀਂ ਹੀ ਉੱਚੀ ਆਤਮਿਕ ਅਵਸਥਾ ਹਾਸਲ ਹੁੰਦੀ ਹੈ। ਮੀਨਸ ਕਿ ਜੋ ਪ੍ਰਭੂ ਦੀ ਸਿਫਤ ਸਲਾਹ ਸੁਣ ਕੇ ਅਮਲ ਕਰਨ ਵਾਲੇ ਨੇ, ਉਹ ਜਾਤੀਵਾਦ ਤੋਂ ਉਤਾਂ ਉੱਠ ਜਾਂਦੇ ਨੇ। ਉਹਨਾਂ ਵਾਸਤੇ ਜਾਤ ਔਰ ਕੁੱਲ ਕੋਈ ਵੈਲਿਊ ਨਹੀਂ ਰੱਖਦੀ। ਉਹਨਾਂ ਵਾਸਤੇ ਫੱਕੜ ਜਾਤੀ ਫੱਕੜ ਨਾਉ ਵਾਲੀ ਗੱਲ ਹੁੰਦੀ ਹੈ। ਉਹਨਾਂ ਵਾਸਤੇ ਉਹੀ ਧਨਵੰਤ, ਕੁਲਵੰਤ ਔਰ ਪਤਵੰਤ ਹੁੰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਗੁਣ ਵਸ ਜਾਣ। ਤਾਂ ਗੁਰਮੁਖ ਜਿਹੜਾ ਹੈ, ਉਹ
ਪ੍ਰਭੂ ਦੀ ਸਿਫਤ ਸਲਾਹ ਵਿੱਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ ਔਰ ਉੱਚੀ ਆਤਮਿਕ ਅਵਸਥਾ ਹਾਸਲ ਕਰਦਾ ਹੈ, ਜਾਤੀਵਾਦ ਤੋਂ ਉਤਾਂ ਉੱਠ ਜਾਂਦਾ ਹੈ। ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ। ਹੁਣ ਨਾਮ ਧਿਆਈਏ ਦਾ ਮਤਲਬ ਧਿਆਨ ਦੇ ਅੰਦਰ ਵਸਾਣਾ, ਧਿਆਨ ਨੂੰ ਨਾਮ ਵਿੱਚ ਲਗਾਉਣਾ। ਨਾਮ ਦਾ ਮਤਲਬ ਰੱਬੀ ਸਿਫਤ ਸਲਾਹ, ਰੱਬੀ ਹੁਕਮ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਰੱਬੀ ਹੁਕਮ ਦੇ ਅੰਦਰ ਆਪਣੇ ਧਿਆਨ ਨੂੰ ਲਾਉਂਦਾ ਹੈ, ਉਹਦੇ ਧਿਆਨ ਵਿੱਚ ਰੱਬੀ ਹੁਕਮ ਹੁੰਦਾ ਹੈ। ਨਾਮੇ ਲਿਵ ਲਾਈ, ਨਾਨਕ ਲਿਵ ਲਾਈ। ਲਿਵ ਦਾ ਮਤਲਬ ਲਗਨ, ਤੇ ਉਹ ਹਮੇਸ਼ਾ ਰੱਬੀ ਹੁਕਮ ਵਿੱਚ ਤੁਰਨ ਦੀ ਲਗਨ ਲਗਾਈ ਰੱਖਦਾ ਹੈ। ਉਹਦੇ ਅੰਦਰ ਲਗਨ ਹੀ ਇੱਕ ਹੈ ਕਿ ਮੈਂ ਰਜਾ ਵਿੱਚ ਚੱਲਣਾ ਹੈ, ਉਹਦੇ ਅੰਦਰ ਲਗਨ ਹੀ ਇੱਕ ਹੈ ਕਿ ਮੈਂ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਆਪਣੇ ਧਿਆਨ ਵਿੱਚ ਹਮੇਸ਼ਾ ਰੱਬੀ ਸਿਫਤ ਸਲਾਹ ਨੂੰ ਵਸਾਉਂਦੇ ਨੇ ਔਰ ਰੱਬੀ ਸਿਫਤ ਸਲਾਹ ਦੀ ਲਗਨ ਉਹਨਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਹਮੇਸ਼ਾ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਉਹ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਲੈਂਦੇ ਨੇ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣਾ ਹੈ, ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ